ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕੀ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਪੰਜਾਬ ਤੋਂ ਸੀਨੀਅਰ ਪੱਤਰਕਾਰ, ਉੱਘੇ ਲੇਖਕ ਅਤੇ ਸਰਗਰਮ ਸਮਾਜਿਕ ਕਾਰਕੁਨ ਦੀਪਕ ਸ਼ਰਮਾ ਚਨਾਰਥਲ ਜੀ। ਸ਼ਰਮਾ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਸਾਰੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚਲੀਏ ਸਪਾਂਸਰਸ ਦਾ, ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408-272-2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ, ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 408-272-2500 ਤੇ। ਟਰਕੀ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਆਂ ਟੋਰੀ ਟਰਕੀਆਂ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 415-909-0503। ਮਨਦੀਪ ਸਿੰਘ ਸੈਨ ਹੋਜ਼ੇ, ਓਮਕਾਰ ਸਿੰਘ ਫਰੈਜ਼ਨੋ, ਗੁਨਾਮ ਸਿੰਘ ਐਂਟੀਲੋਪ, ਮਨਦੀਪ ਢਿੱਲੋਂ ਯੂਨੀਵਰਸਿਟੀ ਤੇ ਲਾਲੀ ਸਿੰਘ ਗਰੇਵਾਲ ਫਰੀਮੌਂਟ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ USA ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408-272-5200। ਅੱਜ ਦਾ ਇਹ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2026 ਦੀ 31 ਜੁਲਾਈ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਸ਼ੁੱਕਰਵਾਰ ਹੈ। ਖਬਰਾਂ ਦੀ ਸ਼ੁਰੂਆਤ ਕਰੀਏ ਸ਼ਰਮਾ ਜੀ ਕਰਤਾਰਪੁਰ ਸਾਹਿਬ ਲਾਂਘੇ ਤੋਂ, ਕਿਉਂਕਿ ਖਾਸੀ ਚਰਚਾ ਇਸ ਲਾਂਘੇ ਦੇ ਬਾਬਤ ਇੱਕ ਜਿਹੜੀ ਖਬਰ ਆਈ ਹੈ ਔਰ ਚਰਚਾ ਹੋਣੀ ਵੀ ਚਾਹੀਦੀ ਹੈ। ਜਦੋਂ ਆਪਾਂ ਭਾਜਪਾਈਆਂ ਨਾਲ ਗੱਲ ਕਰਦੇ ਹਾਂ ਤੇ ਉਹ ਕਹਿੰਦੇ ਅਸੀਂ ਬਹੁਤ ਸਿੱਖ ਹਮਾਇਤੀ ਹਾਂ, ਮੋਦੀ ਸਾਹਿਬ ਨੇ ਤਾਂ ਕਰਤਾਰਪੁਰ ਸਾਹਿਬ ਦਾ ਲਾਂਘਾ ਵੀ ਖੋਲ੍ਹਿਆ ਸਿੱਖਾਂ ਵਾਸਤੇ। ਹੁਣ ਖਬਰ ਇਹ ਆ ਰਹੀ ਹੈ ਕਿ ਭਾਜਪਾ ਸਰਕਾਰ, ਕੇਂਦਰ ਸਰਕਾਰ ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲ੍ਹਣ ਤੋਂ ਇਨਕਾਰੀ ਹੋ ਚੁੱਕੀ ਹੈ ਜੀ। ਪ੍ਰਵੀਨ ਜੀ, ਤੁਹਾਡੀ ਗੱਲ ਬਿਲਕੁਲ ਦਰੁਸਤ ਹੈ ਜੀ। ਭਾਰਤੀ ਜਨਤਾ ਪਾਰਟੀ ਇਸ ਮੌਕੇ ਪੰਜਾਬ ਤੇ ਅੱਖ ਰੱਖ ਕੇ ਬੈਠੀ ਹੈ ਜੀ ਬਿਲਕੁਲ। ਉਹਦੀ ਨਜ਼ਰ ਪੰਜਾਬ ਤੇ, ਉਹ ਸੋਚਦੀ ਹੈ 2027 ਵਾਲਾ ਤਾਜ ਕਿਸੇ ਤਰੀਕੇ ਸਾਡੇ ਸਿਰ ਤੇ ਟਿਕ ਜਾਵੇ ਜਾਂ ਅਸੀਂ ਕਿਸੇ ਦੇ ਟਿਕਾ ਦਈਏ। ਪੰਜਾਬ ਦੇ ਵਿੱਚ ਜਿਸ ਤਰ੍ਹਾਂ ਦੀ ਜੱਦੋ-ਜਹਿਦ ਹੈ ਉਹਨਾਂ ਦੀ, ਉਹਦੇ ਵਿੱਚੋਂ ਮੈਨੂੰ ਦੱਸ ਦਿਓ ਕਿ ਉਹ ਕਿਸ ਪਾਸਿਓਂ ਇਹ ਦਿਖਾਉਣ ਦੇ ਵਿੱਚ ਕਾਮਯਾਬ ਹੋ ਰਹੇ ਨੇ ਕਿ ਅਸੀਂ ਪੰਜਾਬ ਹਿਤੈਸ਼ੀ ਹਾਂ। ਪੰਜਾਬ ਦੇ ਧਰਾਤਲ ਦੇ ਮੁੱਦਿਆਂ ਦੇ ਉੱਤੇ ਉਹਨਾਂ ਨੇ ਕਦੇ ਪੈਰਵੀ ਕੀਤੀ ਹੋਵੇ, ਕਦੇ ਉਹਨਾਂ ਨੇ ਲੋਕ ਮਸਲਿਆਂ ਦੀ ਬਾਤ ਪਾਈ ਹੋਵੇ, ਕਦੇ ਉਹਨਾਂ ਨੇ ਪੰਜਾਬ ਦੇ ਉਹ ਧੁੱਖ ਦੇ ਪਹਿਲੂ ਜਿਨ੍ਹਾਂ ਦੀ ਲੰਮੇ ਸਮੇਂ ਤੋਂ ਹੁਣ ਫੇਰ ਇੱਕ ਵਾਰ ਜਸਵੰਤ ਸਿੰਘ ਖਾਲੜਾ ਦੀ ਫਿਲਮ ਦੇ ਹਵਾਲੇ ਨਾਲ ਚਰਚਾ ਤੁਰੀ ਆ, ਕਦੇ ਉਹ ਤੇ ਸਪਸ਼ਟ ਹੋ ਕੇ ਨਿੱਤਰ ਕੇ ਆਏ ਹੋਣ, ਆਪਣੇ ਪਿਛਲੇ ਗੁਨਾਹਾਂ ਨੂੰ ਕਬੂਲ ਕਰਕੇ ਆਏ ਹੋਣ। ਜੀ। ਜਾਂ ਫਿਰ ਜਿਹੜੇ ਇਹ ਦਿਖਾਉਣ ਦੀ ਕੋਸ਼ਿਸ਼ ਕਰਦੇ ਨੇ ਕਿ ਹਾਂ ਅਸੀਂ ਸਭ ਤੋਂ ਵੱਧ ਸਿੱਖ ਹਿਤੈਸ਼ੀ ਅਸੀਂ ਹਾਂ ਜੀ, ਫਿਰ ਉਹ ਦੱਸ ਦਿਓ ਕਿ ਹੁਣ ਅੱਜ ਪਿੱਠ ਕਰਕੇ ਕਿਉਂ ਖੜੇ ਨੇ। ਕਰਤਾਰਪੁਰ ਸਾਹਿਬ ਦੀ ਗੱਲ ਦੇ ਹਵਾਲੇ ਨਾਲ ਜੇ ਸਮਝਣਾ ਹੋਵੇ ਤਾਂ ਜਦੋਂ ਨਵਜੋਤ ਸਿੰਘ ਸਿੱਧੂ ਆ ਕੇ ਖਬਰ ਦਿੰਦੇ ਨੇ ਜਾਂ ਉੱਧਰ ਉੱਥੋਂ ਦੇ ਫੌਜ ਮੁਖੀ ਨੂੰ ਜੱਫੀ ਪਾ ਲੈਂਦੇ ਨੇ ਤੇ ਉਦੋਂ ਕਹਿੰਦੇ ਨੇ ਜੱਫੀ ਪਾਉਣ ਦਾ ਕਾਰਨ ਇਹ ਸੀ ਉਹਨੇ ਮੈਨੂੰ ਇਹ ਖਬਰ ਸੁਣਾਈ, ਤਦ ਭਾਜਪਾ ਹੀ ਅਕਾਲੀ ਲੀਡਰ ਵੀ ਇਹੀ ਗੱਲ ਕਰਦੇ ਸੀ, ਦੱਸੋ ਜੀ ਸਿੱਧੂ ਖੋਲਾ ਦੂਗਾ, ਸਿੱਧੂ ਦੱਸੂਗਾ, ਸਿੱਧੂ ਨੂੰ ਕੀ ਪਤਾ, ਇਹਦਾ ਖੁੱਲ੍ਹ ਨਹੀਂ ਸਕਦਾ। ਅਸਲ 'ਚ ਉਸ ਸਮੇਂ ਤੱਕ ਇਹਨਾਂ ਮੰਤਰੀਆਂ ਸੰਤਰੀਆਂ ਨੂੰ ਪਤਾ ਨਹੀਂ ਸੀਗਾ। ਸਿੱਧੂ ਨੂੰ ਸਵਾਲ ਕਰਨ ਵਾਲਿਆਂ 'ਚ ਬੀਬੀ ਹਰਸਿਮਰਤ ਕੌਰ ਬਾਦਲ ਵੀ ਸੀ। ਹਾਂਜੀ ਸੀਗੇ ਬਿਲਕੁਲ। ਤੇ ਅੱਜ ਉਹੀ ਬੀਬੀ ਹਰਸਿਮਰਤ ਕੌਰ ਬਾਦਲ ਭਾਰਤੀ ਸੰਸਦ 'ਚ ਲੋਕ ਸਭਾ 'ਚ ਖੜ ਕੇ ਕਰਤਾਰਪੁਰ ਸਾਹਿਬ ਲਾਂਘਾ ਖੋਲ੍ਹਣ ਦੀ ਮੰਗ ਕਰ ਰਹੀ ਸੀ। ਦੇਖ ਲਓ ਸਮਾਂ। ਇਹ ਪਰਿਵਰਤਨ ਕਾਹਦਾ? ਸਹੀ ਹੈ। ਸਵਾਲ ਤਾਂ ਇਹ ਅਸਲ 'ਚ ਕੀ ਹੈ ਕਿ ਬੀਜੇਪੀ ਨੇ ਕਰਨਾ ਕੀ ਹੁੰਦਾ ਉਹ ਦੱਸਦੀ ਨਹੀਂ ਜੀ ਆਪਣੇ ਨਾਲ ਦੇ ਸਾਥੀਆਂ ਨੂੰ। ਸਹੀ ਹੈ ਬਿਲਕੁਲ। ਹੁਣ ਅੱਜ ਅਕਾਲੀ ਦਲ ਦੀ ਮਜਬੂਰੀ ਹੈ ਕਿ ਉਹ ਆਪਣੇ ਆਪ ਨੂੰ ਪੰਜਾਬ ਸਿੱਖ ਹਿਤੈਸ਼ੀ ਦਿਖਾਉਣਾ ਚਾਹੁੰਦਾ। ਜੀ। ਉਸ ਸਮੇਂ ਉਹ ਜੋ ਬੀਜੇਪੀ ਕਹਿੰਦੀ ਸੀ ਉਹ ਬੋਲਦੇ ਸੀ, ਉਹਦਾ ਦਿਨ ਖੇਤੀ ਕਾਨੂੰਨ ਨੂੰ ਵੀ ਚੰਗਾ ਬੋਲਦੇ ਸੀ। ਤਾਂ ਉਸ ਸਮੇਂ ਤੱਕ ਉਹ ਤਾਂ ਮਜਬੂਰੀ ਸੀ ਕਿ ਲੋਕਾਂ ਨੇ ਛਡਾਤੀ, ਉਹ ਗੱਠਜੋੜ ਤੜਾਤਾ, ਨਹੀਂ ਤਾਂ ਅੱਜ ਵੀ ਉੱਥੇ ਹੁੰਦੇ। ਚਲੋ ਹੁਣ ਅੱਜ ਕਹਿੰਦੇ ਵੀ ਇਹ ਸੁਰੱਖਿਆ ਦਾ ਮਸਲਾ, ਇਸ ਲਈ ਲਾਂਘਾ ਨਹੀਂ ਖੋਲ ਸਕਦੇ। ਕਮਾਲ ਹੈ ਜੀ। ਮੁਦਰਾ ਪੋਰਟ ਤੋਂ ਕਾਰੋਬਾਰ ਚੱਲ ਸਕਦਾ ਪਾਕਿਸਤਾਨ ਨਾਲ। ਸਹੀ ਹੈ। ਉੱਥੋਂ ਕਰੋੜਾਂ ਦਾ ਕਾਰੋਬਾਰ ਦੇ ਨਾਲ ਨਾਲ ਮਤਲਬ ਚਿੱਟੇ ਦੀ ਖੇਪ ਆ ਸਕਦੀ ਹੈ। ਸਹੀ ਹੈ ਬਿਲਕੁਲ ਜੀ। ਥੋੜੀ ਫੜ ਲਓ, ਬਾਕੀ ਲੰਘਾ ਦਿਓ, ਉਹ ਪ੍ਰਕਿਰਿਆ ਜਾਰੀ ਹੈ। ਬਿਲਕੁਲ ਜੀ। ਆਦਾਨ ਪ੍ਰਦਾਨ ਸ਼ੁਰੂ ਹੈ। ਇੱਥੋਂ ਤੱਕ ਕਿ ਧਾਰਮਿਕ ਜਥੇ ਭੇਜੇ ਨੇ ਹਾਲ ਹੀ 'ਚ। ਆਪਾਂ ਦੂਜੇ ਦੇ ਹਵਾਲੇ ਨਾਲ ਗੱਲੇ ਨਹੀਂ ਕਰਦੇ, ਆਪਾਂ ਵਪਾਰ ਦੇ ਕਿਸੇ ਹੋਰ ਕਾਰੋਬਾਰ ਦੇ ਹਵਾਲੇ ਨਾਲ ਗੱਲੇ ਨਹੀਂ ਕਰਦੇ ਜੀ। ਜੇ ਸਿੱਖ ਜਥੇ, ਧਾਰਮਿਕ ਜਥੇ ਪ੍ਰੋਪਰ ਵੀਜ਼ੇ ਰਾਹੀਂ ਪਾਕਿਸਤਾਨ ਦੇ ਅੰਦਰ ਸਥਿਤ ਗੁਰੂ ਘਰਾਂ 'ਚ ਜਾ ਸਕਦੇ ਨੇ ਤੇ ਫਿਰ ਇਹ ਕੋਰੀਡੋਰ ਹੈ ਤਾਂ ਫਿਰ ਇਹਦੇ ਨਾਲ ਕਿਹੜਾ ਖਤਰਾ ਖੜਾ ਜੀ?
ਬਿਲਕੁਲ। ਤੁਹਾਡਾ ਜੀ ਕਰੇ ਤੁਸੀਂ ਕੇਕ ਕਟਾਉਣ ਚਲੇ ਜਾਓ ਉੱਥੋਂ ਦੇ ਪ੍ਰਧਾਨ ਮੰਤਰੀ ਦਾ, ਜਨਮ ਦਿਨ ਮਨਾਉਣ ਚਲੇ ਜਾਓ, ਤੇ ਲੋਕ ਲਾਂਘੇ ਥਾਣੀ ਤੇ ਸੰਗਤ ਨੂੰ ਤੁਸੀਂ ਕਹਿੰਦੇ ਤੁਹਾਡੇ ਲਈ ਅਸੀਂ ਇਹ ਲਾਂਘਾ ਵੀ ਨਹੀਂ ਖੋਲ ਸਕਦੇ। ਇਹਨਾਂ ਦੀ ਮਨਸ਼ਾ ਤਾਂ ਉਸੇ ਦਿਨ ਸਮਝ ਲੈਣੀ ਚਾਹੀਦੀ ਸੀ ਜਦੋਂ ਲਾਂਘਾ ਖੁੱਲਣ ਦੀ ਗੱਲ ਚੱਲੀ। ਤੇ ਇਹ ਇਹਨਾਂ ਦੀਆਂ ਰਿਪੋਰਟਾਂ ਕੀ ਕਹਿੰਦੀਆਂ ਸੀ ਜੀ, ਇਹ ਤਾਂ ਜੀ ਉੱਥੋਂ ਟ੍ਰੇਨਡ ਹੋ ਕੇ ਆਉਣਗੇ, ਇਹਨਾਂ ਨੂੰ ਤਾਂ ਟ੍ਰੇਨਿੰਗ ਦਿੱਤੀ ਜਾਊਗੀ ਉੱਥੋਂ। ਮਤਲਬ ਉਸ ਰੂਟ ਤੋਂ ਜਾਣਾ ਹੈ ਤੇ ਉਸੇ ਰੂਟ ਤੋਂ ਸੂਰਜ ਢਲੇ ਚੜਨ ਤੋਂ ਬਾਅਦ ਜਾਣਾ, ਸੂਰਜ ਢਲਣ ਤੋਂ ਪਹਿਲਾਂ ਮੁੜ ਆਉਣਾ, ਤੇ ਤਾਂ ਵੀ ਇਹਨਾਂ ਦੀਆਂ ਮਨਸ਼ਾਵਾਂ ਇਹ ਸੀ। ਤੇ ਜਿਹੜੇ ਪਰਿਵਾਰ ਜਾਂਦੇ ਸੀ, ਮੈਨੂੰ ਅੱਜ ਵੀ ਚੇਤੇ ਆ 550 ਸਾਲਾਂ ਦੇ ਦਰਮਿਆਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਅਸੀਂ ਮਤਲਬ ਕਿ ਡੇਰਾ ਬਾਬਾ ਨਾਨਕ ਦੀ ਉਸ ਕਰਤਾਰਪੁਰ ਸਾਹਿਬ ਦੇ ਲਾਂਘੇ ਦੀ ਹੱਦ ਤੇ ਸੀਗੇ। ਜਦੋਂ 550 ਸਾਲਾਂ ਮਨਾਇਆ ਗਿਆ, ਉੱਥੇ ਰਾਸ਼ਟਰੀ ਕਵੀ ਦਰਬਾਰ ਸੀਗਾ, ਮੈਨੂੰ ਉੱਥੇ ਜਾਣ ਦਾ ਮੌਕਾ ਮਿਲਿਆ ਜੀ। ਉੱਥੇ ਜਿਹੜਾ ਪਹਿਲੂ ਆਇਆ ਪ੍ਰਵੀਨ ਜੀ, ਹੈਰਾਨ ਕਰਨ ਵਾਲਾ ਸੀ। ਘਟਨਾ ਸਾਡੇ ਸਾਹਮਣੇ ਆਈ, ਮੁੰਬਈ ਦਾ ਇੱਕ ਹਿੰਦੂ ਪਰਿਵਾਰ ਜੀ, ਉਹ ਪਰਿਵਾਰ ਆਪਣੀ ਕਹਾਣੀ ਦੱਸਦਿਆਂ ਰੋ ਪਿਆ। ਸੁਖਜਿੰਦਰ ਰੰਧਾਵਾ ਉਹਦੀ ਪਿੱਠ ਤੇ ਖੜੇ ਸੀ, ਉਹ ਕਹਿੰਦੇ ਕਿ ਕੋਈ ਨਾ ਅਸੀਂ ਨਾਲ, ਅਸੀਂ ਘਬਰਾਓ ਨਾ। ਉਸ ਸਮੇਂ ਸਰਕਾਰ ਸੀ ਚਲੋ ਇਹਨਾਂ ਦੀ। ਸੁਖਜਿੰਦਰ ਕਹਿੰਦੇ ਉਹ ਪਰਿਵਾਰ ਫੁੱਟ ਕੇ ਰੋਇਆ। ਉਹ ਕਹਿੰਦਾ ਜੀ ਕਿ ਅਸੀਂ ਅਪਲਾਈ ਕਰਤਾ ਕਿ ਅਸੀਂ ਕਰਤਾਰਪੁਰ ਸਾਹਿਬ ਦਰਸ਼ਨ ਕਰਨ ਜਾਣਾ ਜੀ। ਮੁੰਬਈ ਦਾ ਉਹ ਪਰਿਵਾਰ, ਠੀਕ ਹੈ, ਹਿੰਦੂ ਪਰਿਵਾਰ, ਹਾਂਜੀ, ਉਹਨਾਂ ਨੇ ਅਪਲਾਈ ਕਰਤਾ। ਕਹਿੰਦੇ ਕਿ 15 ਦਿਨ ਸਾਨੂੰ ਕਿਸੇ ਨੇ ਪੱਲਾ ਨਹੀਂ ਫੜਾਇਆ। ਅਸੀਂ ਉੱਪਰ ਪਹੁੰਚ ਕੀਤੀ ਜੀ ਕਿ ਜੀ ਸਾਨੂੰ ਮਨਜ਼ੂਰੀ ਦਿਓ ਜੀ, ਤੇ ਜੀ ਆਹ ਇਨਕੁਆਇਰੀ ਉਹ ਇਨਕੁਆਇਰੀ ਬਹਾਨਾ ਕਰਦੇ ਕਹਿੰਦੇ ਜੀ ਮਹੀਨਾ ਲਗਾਤਾ। ਠੀਕ ਹੈ। ਤੇ ਜਦੋਂ ਅਸੀਂ ਵੀ ਨਾ ਹਟੇ ਤੇ ਉਹ ਵੀ ਨਾ ਮਨਜ਼ੂਰੀ ਦੇਣ ਨੂੰ ਤਿਆਰ ਹੋਏ, ਤਾਂ ਆਖਰ ਕਹਿੰਦੇ ਜੀ ਪੁਲਿਸ ਸਾਡੇ ਘਰੇ ਆ ਗਈ ਦੜ ਕਰਦੀ। ਤੇ ਸਾਨੂੰ ਅੰਦਰ ਕਮਰੇ 'ਚ ਬਿਠਾ ਕੇ ਸਾਰੇ ਟੱਬਰ ਨੂੰ ਪੁੱਛਦੀ ਹੈ, ਦੱਸੋ ਤੁਸੀਂ ਜਾਣਾ ਕੀ ਕਰਨਾ ਜੀ, ਤੁਸੀਂ ਤਾਂ ਹਿੰਦੂ ਹੋ, ਤੁਸੀਂ ਕਿਉਂ ਚੱਲੇ? ਇਹ ਮਨਸ਼ਾ ਉਹਨਾਂ ਦੀ। ਪਹਿਲਾਂ ਤਾਂ ਉਹ ਜਾਣ ਦੇ ਕਾਰਨਾਂ ਤੇ ਸ਼ੰਕੇ ਸ਼ੋਭੇ ਕਰਦੇ ਨੇ, ਫਿਰ ਉਹ ਧਰਮ ਦੇ ਐਨਕਾਂ 'ਚ ਹੀ ਦੇਖਦੇ ਨੇ ਜੀ। ਸੋ ਨਾਨਕ ਨਾਮ ਲੈਵਾ ਸੰਗਤ ਨੂੰ ਇਹ ਸਮਝ ਲੈਣਾ ਚਾਹੀਦਾ ਹੈ ਕਿ ਇਹ ਕਿਹੋ ਜਿਹੇ ਨੇ। ਬਿਲਕੁਲ। ਤੇ ਉਹ ਕਹਿੰਦੇ ਜੀ ਅਸੀਂ ਹੁਣ ਜਾ ਆਏ ਆ, ਹੁਣ ਜਾਣ ਤੋਂ ਬਾਅਦ ਪਤਾ ਨਹੀਂ ਸਾਡੇ ਨਾਲ ਉੱਥੇ ਕੀ ਕਰਨਗੇ ਜੇ। ਉਹਨਾਂ ਨੇ ਹਿੰਮਤ ਰੱਖੀ, ਉਹ ਕਹਿੰਦੇ ਅਸੀਂ ਜਾਣੋਂ ਤਾਂ ਨਹੀਂ ਹਟਦੇ। ਸਹੀ ਹੈ। ਮੈਨੂੰ ਅੱਜ ਵੀ ਯਾਦ ਹੈ ਦਿੱਲੀ ਦੇ ਵਿੱਚ ਜਦੋਂ 551ਵਾਂ ਪ੍ਰਕਾਸ਼ ਦਿਹਾੜਾ ਸੀ, ਜਦ ਪ੍ਰਦਰਸ਼ਨ ਚੱਲ ਰਿਹਾ ਸੀ 3 ਖੇਤੀ ਕਾਨੂੰਨਾਂ ਨੂੰ ਲੈ ਕੇ, ਸ਼ੁਰੂ ਹੋਇਆ ਸੀ ਜੇ ਉਹਨਾਂ ਦਿਨਾਂ ਦੀ ਉਹ ਗੱਲ ਹੈ, ਨਵੰਬਰ ਦੇ ਵਿੱਚ। ਤੇ ਇੱਧਰ ਭੋਗ ਪਾਏ ਗਏ, ਦੇਗ ਬਣਾਈ ਗਈ, ਪ੍ਰਸ਼ਾਦ ਬਣਾਇਆ ਗਿਆ, ਤੇ ਉਧਰ ਪੁਲਿਸ ਬੈਰੀਕੇਡ ਸੀ, ਪ੍ਰਸ਼ਾਦ ਲੈਣਾ ਇਨਕਾਰ ਕਰ ਰਹੀ ਸੀ ਪੁਲਿਸ। ਸਹੀ ਹੈ, ਇੰਨਾ ਦਬਾਅ। ਤੇ ਅਸੀਂ ਬੈਰੀਕੇਡ ਟੱਪੇ ਤੇ ਉਹਨੂੰ ਪੁੱਛਿਆ ਸੀ, ਦੱਸੋ, ਕਹਿੰਦੇ ਜੀ ਮਨਜ਼ੂਰੀ ਲੈਣੀ ਪਊਗੀ। ਮੈਂ ਕਿਹਾ ਗੁਰਦੁਆਰੇ ਮੰਦਿਰ ਰੱਬ ਦੇ ਘਰ ਜਾਣ ਲੱਗੇ ਮਨਜ਼ੂਰੀ ਲੈਣੇ ਉਹਨੇ। ਸਹੀ ਹੈ। ਤੇ ਚਲੋ ਉਹ ਤਾਂ ਮੀਡੀਆ ਦੇ ਲਾਈਵ ਚੱਲ ਰਹੇ ਸੀ, ਉਹਨਾਂ ਨੇ ਉਸ ਮਜਬੂਰੀ 'ਚ ਪ੍ਰਸ਼ਾਦ ਲਿਆ, ਉਹਦਾ ਮਨੋਂ ਨਹੀਂ ਸੀ, ਉਹ ਮਨੋਂ ਨਹੀਂ ਸੀ। ਬਿਲਕੁਲ ਸਹੀ। ਸੋ ਇਸ ਲਈ ਇੱਥੋਂ ਤੱਕ ਜਦੋਂ ਤੁਹਾਡੇ ਅੰਦਰ ਭਰਿਆ ਹੋਵੇ ਤੇ ਤੁਸੀਂ ਦਿਖਾਉਣਾ ਚਾਹੁੰਦੇ, ਮੈਂ ਕਹਿੰਦਾ ਤੁਸੀਂ ਵੋਟ ਦੀ ਰਾਜਨੀਤੀ ਉਹ ਕਰਦੇ ਹੋ, ਵੋਟ ਦੀ ਰਾਜਨੀਤੀ ਦੇ ਹਵਾਲੇ ਨਾਲ ਇਹ ਕੰਮ ਕਰ ਦਿੰਦੇ ਕਿ ਚਲੋ ਜੀ ਖੋਲ ਦਿੰਨੇ ਆ ਚੋਣਾਂ ਦੇ ਬਹਾਨੇ। ਜਦੋਂ ਜੀ ਕਰੇ ਪਿੱਚ ਪੱਟ ਦੋ ਕਿ ਅਸੀਂ ਕਰੈਕਟਰ ਨਹੀਂ ਹੋਣ ਦੇਾਂਗੇ, ਜਦੋਂ ਜੀ ਕਰੇ ਕਿ ਹੁਣ ਪੈਸੇ ਦਾ ਖੇਲ ਆ, ਆਪਣੇ ਬੰਦੇ ਨੇ ਤਾਂ ਦੇਸ਼ੋਂ ਵਿਦੇਸ਼ੋਂ ਜਾ ਕੇ ਕਿਤੇ ਮੈਚ ਕਰਾ ਦੋ ਆਪਸ ਦੇ ਵਿੱਚ, ਫਿਰ ਉਹ ਠੀਕ ਹੈ। ਸੋ ਇਸ ਲਈ ਇਹਨਾਂ ਦੀ ਮਨਸ਼ਾ ਸਾਫ਼ ਹੈ ਜੀ, ਤੇ ਇਹਦੇ ਵਿੱਚੋਂ ਸਾਫ਼ ਹੈ ਕਿ ਪੰਜਾਬ ਪ੍ਰਤੀ, ਪੰਜਾਬੀ ਪ੍ਰਤੀ ਇਹਨਾਂ ਦੀ ਭਾਵਨਾਵਾਂ ਕਹੀ ਜੀਆਂ ਨੇ, ਉਹਦਾ ਝਲਕਾਰਾ ਮਿਲਦਾ। ਮੈਨੂੰ ਲੱਗਦਾ ਕਿ ਜੰਤਰ ਮੰਤਰ ਦੇ ਪ੍ਰਦਰਸ਼ਨ ਨੇ ਪੰਜਾਬ ਦੇ ਵਿੱਚ ਕਾਫੀ ਕੁਝ ਸਪਸ਼ਟ ਕੀਤਾ ਹੈ, ਜਦੋਂ ਕਿ ਪੰਜਾਬ ਸਿੱਧੇ ਰੂਪ 'ਚ ਉਸ ਪ੍ਰਦਰਸ਼ਨ 'ਚ ਸ਼ਾਮਲ ਨਹੀਂ ਸੀ। ਜੀ ਜੀ, ਸਹੀ ਹੈ। ਸਿੱਧੇ ਰੂਪ ਦੇ ਵਿੱਚ ਪੰਜਾਬੀ ਸਿੱਖ ਭਾਈਚਾਰਾ ਉਵੇਂ ਸ਼ਾਮਲ ਨਹੀਂ ਸੀ, ਪਰ ਰੱਬ ਨੇ ਬਾਹ ਫੜਨੀ ਹੁੰਦੀ ਹੈ, ਜਾ ਕੇ ਆਪ ਲੋਕਾਂ ਨੇ ਗੁਰੂ ਘਰ ਦਾ ਬੂਹਾ ਉੱਥੇ ਦਿੱਲੀ 'ਚ ਖੜਕਾਤਾ, ਉਹਦੇ ਨਾਲ ਚਰਚਾ ਆ ਗਈ। ਪਰ ਤਦ ਵੀ ਪੰਜਾਬ ਦੇ ਵਿੱਚ ਇਸ ਗੱਲ ਦਾ ਅਸਰ ਗਿਆ ਆਮ ਲੋਕਾਂ ਦੇ ਵਿੱਚ ਕਿ ਨੌਜਵਾਨ ਬੱਚਿਆਂ ਨਾਲ ਕਿਹੋ ਜਿਹਾ ਕਰਦੇ ਨੇ, ਜਦੋਂ ਕਿ ਉਸ ਭੀੜ 'ਚ ਆਉਣ ਵਾਲੇ ਜ਼ਿਆਦਾਤਰ ਬੱਚੇ ਬੀਜੇਪੀ ਦੇ ਪਰਿਵਾਰਾਂ ਦੇ ਬੱਚੇ ਸੀ। ਸਹੀ ਹੈ, ਮੈਜੋਰਟੀ 'ਚ ਉਹ ਪੰਜਾਬ 'ਚ ਅਸਰ ਗਿਆ, ਤੇ ਹੋ ਸਕਦਾ ਲੀਡਰਾਂ ਤੱਕ ਤੇ ਵੀ ਅਸਰ ਜਾਵੇ ਇਹਦਾ। ਤੇ ਸ਼ਾਇਦ ਉਹ ਜਿਹੜੀ ਦੌੜ ਲੱਗੀ ਹੈ ਨਾ ਬੀਜੇਪੀ ਕੰਨੀ ਨੂੰ ਚੁੰਬਕ ਨਾਲ ਖਿੱਚਣ ਵਾਲੀ, ਸ਼ਾਇਦ ਉਹਦੇ ਉੱਤੇ ਵੀ ਅਸਰ ਤੁਹਾਨੂੰ ਦੇਖਣ ਨੂੰ ਮਿਲੇ। ਹਾਂਜੀ ਬਿਲਕੁਲ। ਹੁਣ ਦੇਖੋ, ਜਿਹੜੇ ਗੁਰੂ ਸਾਹਿਬ ਦੇ ਵਿੱਚ ਆਸਥਾ ਤਾਂ ਬਹੁਤ ਸਾਰੇ ਲੋਕਾਂ ਦੀ ਆ, ਉਹਨਾਂ 'ਚ ਹਿੰਦੂ ਵੀ ਨੇ, ਉਹਨਾਂ 'ਚ ਮੁਸਲਿਮ ਵੀ ਹੋਣਗੇ, ਹੋਰ ਭਾਈਚਾਰਿਆਂ ਦੇ ਵਿੱਚ ਵੀ ਨੇ। ਤੇ ਇਹ ਅਸਲ ਦੇ ਵਿੱਚ ਨਸਲੀ ਪ੍ਰੋਫਾਈਲਿੰਗ ਹੈ ਸ਼ਰਮਾ ਜੀ, ਕਿ ਤੁਸੀਂ ਹਿੰਦੂ ਹੋ ਤੇ ਤੁਹਾਡਾ ਕੀ ਮਤਲਬ ਬਣਦਾ, ਜਾਂ ਚਲੋ ਚੰਗੀ ਗੱਲ ਹੈ ਕਿ ਪਰਿਵਾਰ ਅੜੇ ਰਹਿੰਦੇ ਆ, ਪਰ ਇਹ ਪ੍ਰੋਫਾਈਲਿੰਗ ਤਾਂ ਕਰਦੀਆਂ ਨੇ ਨਾ ਸਰਕਾਰਾਂ ਇਸ ਤਰੀਕੇ ਦੇ ਨਾਲ, ਸੋਚਦੀਆਂ ਤਾਂ ਹੈ ਨਾ ਇਸ ਕੋਣ ਦੇ ਉੱਤੋਂ। ਤੇ ਵਾਕਈ ਉਹ ਪ੍ਰਸ਼ਾਦ ਵਾਲੀ ਗੱਲ ਆ ਵੀ ਉਹ ਜੇ ਕੈਮਰੇ ਨਾ ਚੱਲਦੇ ਹੁੰਦੇ ਤਾਂ ਸ਼ਾਇਦ ਉਹਨਾਂ ਨੇ ਨਾ ਵੀ ਕਰਦੇ, ਠੋਕ ਕੇ ਵੀ ਨਾ ਕਰ ਦਿੰਦੇ ਵੀ ਸਾਨੂੰ ਕਿਹੜਾ ਕੋਈ ਦੇਖਦਾ ਜੀ। ਅਗਲੀ ਗੱਲ ਕਰੀਏ ਸ਼ਰਮਾ ਜੀ ਆਪਾਂ ਭਾਰਤੀ ਹਾਕੀ ਦੀ,
ਕਹਿੰਦੇ ਇਹ ਭਗਵੇਂ ਰੰਗ ਦੇ ਵਿੱਚ ਰੰਗ ਦਿੱਤੀ ਹੈ ਜੀ ਭਾਰਤੀ ਹਾਕੀ ਵੀ। ਪ੍ਰਵੀਨ ਜੀ, ਇਹ ਨਾ ਤਰੀਕਾਕਾਰ ਹੈ ਕਿ ਸਾਰੇ ਪਾਸੇ ਆਪਣਾ ਹੀ ਰੰਗ ਦਿਖੇ। ਰੰਗ ਕੋਈ ਮਾੜੇ ਨਹੀਂ, ਰੰਗਾਂ ਦੀ ਰਾਜਨੀਤੀ ਮਾੜੀ ਹੁੰਦੀ ਹੈ। ਸਹੀ ਹੈ, ਰੰਗਾਂ ਦੀ ਰਾਜਨੀਤੀ ਮਾੜੀ। ਭਗਵਾ ਰੰਗ ਤਿਆਗ ਦਾ ਪ੍ਰਤੀਕ ਹੈ ਜੀ। ਭਗਵਾ ਰੰਗ ਸੰਤ ਬਿਰਤੀ ਦਾ ਪ੍ਰਤੀਕ ਹੈ। ਸਹਿਣਸ਼ੀਲਤਾ ਦਾ। ਭਗਵਾ ਰੰਗ ਸਹਿਣਸ਼ੀਲਤਾ ਦਾ ਪ੍ਰਤੀਕ ਹੈ। ਸਹੀ ਸਹੀ, ਬਿਲਕੁਲ। ਸੰਤਾਂ, ਮਹਾਂਪੁਰਸ਼ਾਂ, ਰਿਸ਼ੀਆਂ, ਮੁਨੀਆਂ, ਉਹਨਾਂ ਦਾ ਇੱਕ ਪਹਿਚਾਣ ਦਾ ਪ੍ਰਤੀਕ ਹੈ। ਇਹਨਾਂ ਨੇ ਰਾਮ ਜੀ ਦੇ ਨਾਂ ਤੇ ਇੱਕ ਰੇਲ ਗੱਡੀ ਚਲਾਈ। ਇਹ ਮੇਰਾ ਖਿਆਲ 2021 ਦੀ ਗੱਲ ਹੈ, ਰਮਾਇਣ ਐਕਸਪ੍ਰੈਸ ਦੇ ਨਾਂ ਦੇ ਉੱਤੇ ਜੀ। ਉਸ ਰੇਲ ਗੱਡੀ ਦੇ ਵਿੱਚ ਜਿੰਨੇ ਵੀ ਮੁਲਾਜ਼ਮ, ਮਤਲਬ ਸਫਾਈ ਕਰਮੀ, ਅਟੈਂਡੈਂਟ ਹੈ, ਕੁਲੀ ਜਾਂ ਫਿਰ ਉਹ ਦੂਸਰੇ ਮਤਲਬ ਸੇਵਕ ਜਿਨ੍ਹਾਂ ਨੇ ਖਾਣ ਪੀਣ ਦਾ ਸਮਾਨ ਤੁਹਾਨੂੰ ਉਪਲਬਧ ਕਰਾਉਣਾ ਹੈ, ਚੱਕ ਕੇ ਲੈ ਕੇ ਜਾਣਾ, ਦੇ ਕੇ ਜਾਣਾ ਹੈ, ਚੈਕਿੰਗ ਸਟਾਫ, ਉਹਨਾਂ ਸਾਰਿਆਂ ਦੀ ਵਰਦੀ ਕਰਤੀ ਭਗਵਾ ਕੁੜਤਾ, ਭਗਵਾ ਪਰਨਾ ਤੇ ਭਗਵਾ ਧੋਤੀ। ਠੀਕ ਹੈ। ਉਜੈਨ ਦੇ ਜਿਹੜੇ ਸੰਤ ਸਮਾਜ ਹੈ ਜੀ, ਉਹਨਾਂ ਨੇ ਇਸ ਵਰਦੀ ਦਾ ਵਿਰੋਧ ਕੀਤਾ। ਠੀਕ ਹੈ। ਉਹ ਕਹਿੰਦੇ ਵੀ ਤੁਸੀਂ ਮਜ਼ਾਕ ਉਡਾ ਰਹੇ ਹੋ ਸੰਤਾਂ ਮਹਾਂਪੁਰਸ਼ਾਂ ਦਾ, ਕੀ ਗੰਦ ਪਾਇਆ ਹੈ। ਉਹਨਾਂ ਦੇ ਡਰ ਭੈ ਤੋਂ ਵਰਦੀ ਬਦਲ ਕੇ ਮੁੜ ਕੇ ਕਮੀਜ਼, ਪੈਂਟ, ਟਾਈ, ਕੋਟ ਉੱਥੇ ਗਈ ਫਿਰ। ਜੀ, ਮਤਲਬ ਇਹ ਸੱਤ ਤੱਕ ਜਾਂਦੇ ਨੇ ਰੰਗ ਦੀ ਵਰਤੋਂ। ਇਹਦੇ ਵਿੱਚ ਕੋਈ ਦੋ ਰਾਏ ਨਹੀਂ। ਰੰਗਾਂ ਦੇ ਉੱਤੇ ਪਹਿਲਾਂ ਵੀ ਰਾਜਨੀਤੀ ਹੁੰਦੀ ਹੈ। ਬਿਲਕੁਲ। ਅਕਾਲੀ ਦਲ ਦਾ ਮਤਲਬ ਇਹ ਬਣਾ ਲਿਆ ਸੀ ਕਿ ਨੀਲੇ ਰੰਗ ਦਾ ਤਾਂ ਇਹੀ ਪੱਗ ਬੰਨ ਸਕਦਾ, ਜਿਹਨੇ ਨੀਲੀ ਪੱਗ ਬੰਨ ਲਈ ਸਮਝ ਲਓ ਅਕਾਲੀ। ਸਹੀ। ਉਹ ਚ ਵੀ ਇਹ ਟੌੜੇ ਵਾਲਾ ਨੀਲਾ ਹੈ ਕਿ ਬਾਦਲ ਵਾਲਾ ਨੀਲਾ, ਇਹ ਵੀ ਚੱਲਦਾ ਰਿਹਾ। ਸਹੀ ਹੈ, ਬਿਲਕੁਲ ਚੱਲਦਾ ਰਿਹਾ। ਫੇਰ ਚਿੱਟੀ ਪੱਗ ਦਾ ਮਤਲਬ ਬਣਾ ਲਿਆ ਕਿ ਕਾਂਗਰਸੀ ਹੋਣੇ ਤਾਂ ਵੀ ਲਾਲ ਦਾ ਵੀ ਮਤਲਬ। ਇਸੇ ਤਰ੍ਹਾਂ ਇਹਨਾਂ ਨੇ ਭਗਵੇ ਨੂੰ ਆਪਣਾ ਟ੍ਰੇਡਮਾਰਕ ਬਣਾਇਆ ਤੇ ਉਹਨੂੰ ਇਸ ਤਰੀਕੇ ਨਾਲ ਲਿਆਂਦਾ ਕਿ ਆਪਾਂ ਇਹਨੂੰ ਹਰ ਰੰਗ ਚ ਰੰਗਣਾ। ਤੁਸੀਂ ਇਹ ਦੇਖੋ ਕਿ ਜਿਹੜੇ ਨਾਗਪੁਰ ਦੇ ਵਿੱਚ ਆਪਣੇ ਦਫ਼ਤਰ ਤੇ ਲੰਮੇ ਸਮੇਂ ਤੱਕ ਤਿਰੰਗਾ ਲਾਉਣ ਤੋਂ ਭੱਜਦੇ ਰਹੇ, ਸਹੀ ਹੈ, ਅੱਜ ਉਹ ਸਭ ਤੋਂ ਵੱਡੇ ਕਹਿੰਦੇ ਅਸੀਂ ਉਹ ਤਿਰੰਗੇ ਦੇ ਰਕਸ਼ਕ ਹਾਂ। ਤਿਰੰਗੇ 'ਚ ਵੀ ਜਿਹੜਾ ਉਹ ਕੇਸਰੀ ਰੰਗ ਹੈ ਉਹ ਸਾਡੇ ਵਾਲਾ ਭਗਵਾ ਰੰਗ ਹੈ। ਸਹੀ ਹੈ। ਅੱਜ ਉਹਨੂੰ ਇਹ ਬਣਾ ਕੇ ਪੇਸ਼ ਕਰਦੇ ਨੇ, ਇੱਥੋਂ ਤੱਕ ਆ ਗਏ। ਸਹੀ ਹੈ। ਇਹਨਾਂ ਦਾ ਜ਼ੋਰ ਚੱਲੇ, ਮੈਨੂੰ ਲੱਗਦਾ ਇਹਨਾਂ ਨੇ ਵਿਗਿਆਨੀ ਲਾਏ ਤਾਂ ਹੋਣੇ ਪ੍ਰਵੀਨ ਜੀ। ਮਤਲਬ ਕਈ ਵਿਗਿਆਨੀਆਂ ਨੂੰ ਇਸ ਕੰਮ ਤੇ ਲਾਣੋ ਕਿ ਖੋਜ ਕਰੋ ਕਿ ਫਸਲ ਦਾ ਰੰਗ, ਬਨਸਪਤੀ ਦਾ ਰੰਗ ਹਰੇ ਤੋਂ ਭਗਵਾ ਹੋ ਸਕਦਾ। ਲੱਗੇ ਹੋਣਗੇ ਉਸ ਕੰਮ 'ਚ। ਸਹੀ ਹੈ। ਕਿ ਉਹ ਸਾਰਾ ਅਸੀਂ ਬਦਲ ਕੇ ਦੇਖ ਲਈ। ਇਹਨਾਂ ਨੇ ਲੰਘੇ ਦਿਨਾਂ ਦੇ ਵਿੱਚ ਦੂਰਦਰਸ਼ਨ ਦੇ ਲੋਗੋ ਤੱਕ ਨੂੰ ਬਦਲਿਆ। ਠੀਕ ਹੈ। ਇਹ ਗੱਲ ਮੇਰਾ ਖਿਆਲ 2024 ਦੀ ਆ ਕਿ ਉਸ ਦੇ ਲੋਗੋ ਨੂੰ ਵੀ ਇਹਨਾਂ ਨੇ ਭਗਵੇ ਰੰਗ 'ਚ ਕੀਤਾ। ਦੱਸੋ ਜੀ ਉਹਦੇ ਨਾਲ ਕੀ ਤਬਦੀਲੀ ਆ ਗਈ, ਮੈਨੂੰ ਇਹ ਤਾਂ ਦੱਸ ਦਿਓ। ਪ੍ਰੋਗਰਾਮ ਪਹਿਲਾਂ ਵੀ ਤੁਸੀਂ ਜਿਹੜੀ ਸਰਕਾਰ ਹੁੰਦੀ ਆ ਆਪਣੇ ਹਿਸਾਬ ਨਾਲ ਚਲੋ ਹੁੰਦੀ ਆ ਉੱਥੇ। ਚਲੋ ਵੰਦੇ ਭਾਰਤ ਟ੍ਰੇਨ ਨੂੰ ਉਹਨਾਂ ਨੇ ਖੂਬ ਪ੍ਰਚਾਰਿਆ ਜੀ। ਉਹਦੇ ਇੰਜਨ ਨੂੰ ਵੀ ਉਚੇਚੇ ਤੌਰ ਤੇ ਰੰਗ ਕੀਤਾ। ਇਹ ਆਪਾਂ ਪੰਜਾਬ 'ਚ ਵੀ ਰਾਜਨੀਤੀ ਦੇਖੀ ਆ। ਹੁਣ ਆਮ ਆਦਮੀ ਪਾਰਟੀ ਦੇ ਟਾਈਮ ਬੱਸਾਂ ਤੋਂ ਲੈ ਕੇ ਸਕੂਲਾਂ ਤੱਕ ਨੂੰ ਆਪਣੇ ਵਾਲੇ ਰੰਗ ਜੇ ਰੰਗ ਲੋ ਜੀ, ਉਹੋ ਜਿਹਾ ਲੱਗੇ ਜੀ ਆਮ ਆਦਮੀ ਪਾਰਟੀ ਦੇ ਰੰਗ ਨੇ। ਕਹਿੰਦੇ ਭਗਤ ਸਿੰਘ ਦਾ ਰੰਗ ਪਤਾ ਨਹੀਂ, ਮਤਲਬ ਉਹਦਾ ਰੰਗ ਬਣਾਤਾ ਇੱਕ। ਜੀ ਜੀ, ਸਹੀ ਹੈ। ਇਸ ਲਈ ਇਹ ਸਾਰੇ ਵਰਤਾਰੇ ਦੇ ਵਿੱਚ ਹੁਣ ਇਹ ਕਹਿੰਦੇ ਵੀ ਹਾਕੀ ਸੰਘ ਹੈ ਜਿਹੜਾ, ਉਹ ਕਹਿੰਦਾ ਜੀ ਇਹ ਤਾਂ ਅਸੀਂ ਸਾਰੇ ਕੋਚ, ਖਿਡਾਰੀ ਉਹਨਾਂ ਦੀ ਸਹਿਮਤੀ ਨਾਲ ਬਦਲਿਆ, ਤਕਨੀਕੀ ਤੌਰ ਕਰਕੇ ਸਾਨੂੰ ਬਦਲਣਾ ਪਿਆ। ਠੀਕ ਹੈ। ਰਵਿੰਦਰ ਜੀ, ਜਿਹੜਾ ਨੀਲਾ ਰੰਗ ਹੈ ਉਹ ਭਾਰਤ ਦੀ ਪਹਿਚਾਣ ਬਣ ਚੁੱਕਿਆ ਸੀ। ਇਹ ਤਿਰੰਗੇ ਦੇ ਵਿੱਚੋਂ ਅਸ਼ੋਕ ਚੱਕਰ ਚੋਂ ਲੈ ਰੰਗ ਦੇ ਆਧਾਰ ਤੇ ਬਣਿਆ ਸੀ। ਜੀ ਜੀ, ਸਹੀ ਹੈ। ਤੇ ਅਸਮਾਨੀ ਰੰਗ ਜਾਂ ਗੂੜਾ ਨੀਲਾ, ਫਿੱਕਾ ਨੀਲਾ, ਉਹ ਸਮੇਂ ਸਪਾਂਸਰਾਂ ਦੇ ਹਿਸਾਬ ਨਾਲ ਮਾੜਾ ਮੋਟਾ ਉਹ 'ਚ ਅਦਲਾ ਬਦਲਾ ਆਉਂਦਾ ਰਿਹਾ। ਕਦੇ ਸਮੇਂ ਚਿੱਟੀ ਵਰਦੀ ਪਾ ਕੇ ਵੀ ਖਿਡਾਰੀ ਖੇਡਦੇ ਸੀ, ਪਰ ਨੀਲਾ ਰੰਗ ਇਹ ਪਹਿਚਾਣ ਬਣ ਗਿਆ ਸੀ ਭਾਰਤੀ ਹਾਕੀ ਦਾ ਜਾਂ ਭਾਰਤੀਆਂ ਖੇਡਾਂ ਦਾ ਵੀ। ਇਹ ਕਹਿੰਦੇ ਵੀ ਨਹੀਂ, ਹੁਣ ਅਸੀਂ ਆਹ ਵਰਲਡ ਕੱਪ ਜਿਹੜਾ 2026 ਵਾਲਾ ਖੇਡਣਾ ਭਾਰਤੀ ਟੀਮ, ਉਹ ਇਸ ਰੰਗ ਦੇ ਭਗਵੇ ਰੰਗ ਦੇ ਡਰੈਸ ਪਾ ਕੇ, ਮੁੰਡਿਆਂ ਦੀ ਟੀਮ ਵੀ ਕੁੜੀਆਂ ਦੀ ਟੀਮ। ਸਾਬਕਾ ਕਪਤਾਨਾਂ ਨੇ ਇਸ ਗੱਲ ਦਾ ਵਿਰੋਧ ਕੀਤਾ। ਕਿੰਨੇ ਸੂਬਿਆਂ ਨੇ ਇਸ ਗੱਲ ਦਾ ਵਿਰੋਧ ਕੀਤਾ ਕਿ ਇੰਜ ਨਾ ਕਰੋ। ਤੁਸੀਂ ਇਤਿਹਾਸ 'ਚ ਵੀ, ਸਿੱਖਿਆ 'ਚ ਵੀ, ਤੰਤਰ 'ਚ ਵੀ, ਯੂਨੀਵਰਸਿਟੀਆਂ ਦੇ ਮੁਖੀਆਂ 'ਚ ਵੀ ਤੇ ਹੁਣ ਖੇਡਾਂ 'ਚ ਵੀ ਇਹ ਰੰਗ ਜਦੋਂ ਇਸ ਰੰਗ ਤਰੀਕੇ ਨਾਲ ਚੜਾਉਂਗੇ ਤਾਂ ਇਹਦਾ ਵਰਗੀਕਰਨ ਹੁੰਦਾ, ਇਹਦੇ ਨਾਲ ਵੰਡ ਹੁੰਦੀ ਹੈ, ਇਹ ਗੰਦੀ ਰਾਜਨੀਤੀ ਹੈ। ਜੀ ਜੀ, ਪਰ ਨਹੀਂ, ਉਹ ਕਹਿੰਦੇ ਜੀ ਇਸ ਤਰ੍ਹਾਂ ਕਰਕੇ ਰਹਿਣਾ। ਹੁਣ ਕੀ ਇਹ ਫੈਸਲਾ
ਹਾਕੀ ਸੰਘ ਨੇ ਲਿਆ? ਸਹੀ ਹੈ। ਕੀ ਇਹ ਫੈਸਲਾ ਖੇਡ ਮੰਤਰਾਲੇ ਨੇ ਲਿਆ? ਕੀ ਇਹ ਫੈਸਲਾ ਪੀਐਮਓ ਹਾਊਸ ਨੇ ਲਿਆ, ਪ੍ਰਧਾਨ ਮੰਤਰੀ ਮੋਦੀ ਅਮਿਤ ਸ਼ਾਹ ਨੇ ਲਿਆ? ਜੀ ਜੀ। ਜਾਂ ਇਹ ਫੈਸਲਾ ਨਾਗਪੁਰ ਤੋਂ ਹੋਇਆ? ਬਿਲਕੁਲ। ਤੋ ਅਜਿਹੇ ਫੈਸਲੇ ਉੱਥੋਂ ਹੋ ਰਹੇ ਨੇ। ਕੁਝ ਲੋਕ ਸੋਸ਼ਲ ਮੀਡੀਆ ਤੇ ਕਮੈਂਟ ਕਰ ਰਹੇ ਸੀ, ਕਹਿੰਦੇ ਜੀ ਹੁਣ ਹਾਕੀ ਟੀਮ ਖੇਡਣ ਲੱਗੀ, ਵਧੀਆ ਮੁੜ ਕੇ ਜਿੱਤਣ ਲੱਗੀ, ਇਸ ਲਈ ਹੁਣ ਉਹਨੂੰ ਆਪਣੇ ਕੋਟੇ 'ਚ ਦਿਖਾਉਣਾ, ਤਾਂ ਭਗਵਾ ਰੰਗ ਕੀਤਾ। ਭਾਰਤ ਨਾਲੋਂ ਇਹਨਾਂ ਨੂੰ ਮਤਲਬ ਬੀਜੇਪੀ ਦਾ ਰੰਗ ਜ਼ਿਆਦਾ ਪਿਆਰਾ ਲੱਗਦਾ। ਫਿਰ ਕੁਝ ਤਰ੍ਹਾਂ ਕਮੈਂਟ ਕਰ ਰਹੀਆਂ ਸੀ, ਕਹਿੰਦੇ ਜੀ ਇਹ ਇਸ ਲਈ ਹੈ ਕਿ ਉਹਦੇ ਵਿੱਚ ਮੁੰਡੇ ਜ਼ਿਆਦਾ ਪੰਜਾਬੀਆਂ ਦੇ ਜਾਂ ਸਿੱਖਾਂ ਦੇ ਖੇਡਦੇ ਜੀ, ਉਹਨਾਂ ਦਾ ਭਗਵਾਕਰਨ ਕਰਨਾ, ਕਹਿੰਦੇ ਤਾਂ ਇਹ ਹੈ। ਤੇ ਕੁਝ ਤੰਜ ਕੱਸ ਰਹੇ ਸੀ, ਕਹਿੰਦੇ ਕਿ ਬਾਈ ਫਰਕ ਕਿਵੇਂ ਕਰਾਂਗੇ ਕਿ ਕਾਬੜੀਏ ਖੇਡ ਰਹੇ ਨੇ ਕਿ ਭਾਰਤੀ ਹਾਕੀ ਟੀਮ ਖੇਡ ਰਹੀ ਹੈ। ਮਤਲਬ ਤੁਹਾਨੂੰ ਕਿੱਥੋਂ ਤੱਕ ਸੁਣਨਾ ਪੈ ਰਿਹਾ? ਇਹਨਾਂ ਦਿਨਾਂ ਚੋਂ ਕਾਬੜੀਆਂ ਦਾ ਮੇਲਾ ਚੱਲਦਾ, ਸ਼ਰਧਾਲੂ ਜਾਂਦੇ ਨੇ, ਸੋ ਉਸ ਤਰੀਕੇ ਨਾਲ ਮਤਲਬ ਕਿ ਇਹ ਤੰਜ ਵੀ ਇੱਥੋਂ ਤੱਕ ਕੱਸੇ ਜਾ ਰਹੇ ਨੇ। ਸੋ ਪਰ ਉਹਦੇ ਬਾਵਜੂਦ ਜਦੋਂ ਸਰਕਾਰਾਂ ਕੁਝ ਤੈਅ ਕਰ ਲੈਣ ਆਪਣੀ ਤਾਕਤ ਦੇ ਹਵਾਲੇ ਨਾਲ, ਫਿਰ ਉਹ ਤਾਕਤ ਦੀ ਅੰਨੀ ਹੋਇਆਂ ਨੂੰ ਲੋਕ ਮਸਲਿਆਂ ਦੀ, ਲੋਕ ਭਾਵਨਾਵਾਂ ਦੀ ਕਦੇ ਕਦਰ ਨਹੀਂ ਹੁੰਦੀ। ਇਹ ਧੱਕੇ ਨਾਲ ਕੀਤਾ ਫੈਸਲਾ ਜਿਹੜਾ ਸਵਾਲਾਂ ਦੇ ਘੇਰੇ 'ਚ ਰਹੂਗਾ। ਜੀ ਬਿਲਕੁਲ। ਨਾਲੇ ਤੁਸੀਂ ਜਦੋਂ ਦੱਸ ਰਹੇ ਸੀ ਨਾ, ਅਸਲ ਦੇ ਵਿੱਚ ਕ੍ਰੈਡਿਟ, ਕਿਸੇ ਦਾ ਕ੍ਰੈਡਿਟ ਆਪਦੇ ਵਾਲੇ ਪਾਸੇ ਕਰਨ 'ਚ ਤਾਂ ਇਹ ਬਹੁਤ ਮਾਹਰ ਨੇ, ਉਹਦੇ 'ਚ ਤਾਂ ਡਾਕਟਰੇਟ ਕੀਤੀ ਹੋਈ ਹੈ ਇਹਨਾਂ ਨੇ। ਅਗਲੀ ਗੱਲ ਕਰੀਏ ਪੰਜਾਬ ਦੀ ਪੋਲਿਟਿਕਸ ਦੀ। ਕਹਿੰਦੇ ਪੰਜਾਬ ਦੇ ਪੋਲਿਟਿਕਸ ਦੇ ਵਿੱਚ ਇਸ ਗੱਲ ਦੀ ਬੜੀ ਚਰਚਾ ਵੀ ਆਪ ਦੇ 45 ਐਮਐਲਏ ਪਾਰਟੀ ਛੱਡ ਰਹੇ ਨੇ ਜੀ। ਪ੍ਰਵੀਨ ਜੀ, ਪਹਿਲੀ ਗੱਲ ਤਾਂ ਇਸ ਦੇ ਉੱਤੇ ਹੁਣ ਤੁਹਾਨੂੰ ਬੋਲਣ ਲੱਗੇ ਵੀ ਕੋਈ ਝਟਕਾ ਨਹੀਂ, ਮੈਨੂੰ ਗੱਲ ਕਰਨ ਲੱਗੇ ਕੋਈ ਝਟਕਾ ਨਹੀਂ, ਸਾਡੇ ਚਿਹਰੇ ਮੋਹਰਿਆਂ ਦੇ ਉੱਤੇ ਕੋਈ ਹੈਰਾਨੀ ਨਹੀਂ, ਸੁਣਨ ਵਾਲਿਆਂ ਨੂੰ ਇਹਦੇ ਵਿੱਚ ਕੋਈ ਖਬਰ ਨਹੀਂ ਜੀ, ਕਿਉਂਕਿ ਹੁਣ ਇਹ ਗੱਲ ਸੁਣਦਿਆਂ ਲੱਗਦਾ ਕਿ ਹੋ ਸਕਦਾ। ਅੱਜ ਤੋਂ ਦਹਾਕਿਆਂ ਪਹਿਲਾਂ ਤੁਸੀਂ ਕਿਸੇ ਇੱਕ ਲੀਡਰ ਦੀ ਦਲ ਬਦਲੀ ਦੀ ਗੱਲ ਕਰੋ, ਅਗਲਾ ਹੈਰਾਨ ਪਰੇਸ਼ਾਨ ਹੋ ਜਾਂਦਾ ਸੀ ਕਿ ਐ ਕਿਵੇਂ ਹੋ ਜੂ, ਪਹੁੰਚ ਕਰਦਾ ਸੀ ਬਕਾਇਦਾ, ਤੁਹਾਡੇ ਯਕੀਨ ਨਹੀਂ ਹੁੰਦਾ ਸੀ, ਕਿਉਂਕਿ ਸਿਧਾਂਤ ਸੀ, ਵਿਚਾਰਧਾਰਾ ਸੀ। ਤੁਹਾਡੀ ਗਲਤ ਵਿਚਾਰਧਾਰਾ, ਠੀਕ ਵਿਚਾਰਧਾਰਾ ਇਹ ਸਮਾਜ ਨੇ ਦੇਖਣਾ। ਪਰ ਜੇ ਤੁਸੀਂ ਕਿਸੇ ਤਰ੍ਹਾਂ ਨਾਲ ਖੜੇ ਹੋ, ਫਿਰ ਕਰਨ ਵਰਗੀ ਜਾਰੀ ਹੋਵੇ। ਦੁਰਯੋਧਨ ਗਲਤ ਵੀ ਸੀ ਤਾਂ ਕਰਨ ਨਾਲ ਰਿਹਾ। ਸਹੀ ਹੈ। ਗੱਲ ਤਾਂ ਇਹ ਹੈ ਨਾ। ਸੋ ਤੁਸੀਂ ਜੇ ਇੱਕ ਪਾਰਟੀ ਦੀ ਵਿਚਾਰਧਾਰਾ ਚੋਂ ਜੰਮੇ ਹੋ, ਹੁਣ ਆਰਐਸਐਸ ਹੈ, ਉਹਦੀ ਵਿਚਾਰਧਾਰਾ ਤਾਂ ਹੈ ਨਾ, ਕੋਈ ਸਹਿਮਤ ਹੋਵੇ ਨਾ ਹੋਵੇ। ਸਹੀ ਹੈ, ਬਿਲਕੁਲ। ਪਰ ਅੱਜ ਜਿਹੜਾ ਮਰਜੀ ਕੱਢਿਆ, ਵੱਢਿਆ, ਛੱਡਿਆ ਲੀਡਰ ਜਿਹੜਾ ਮਰਜੀ ਆ ਜਾਓ, ਫਿਰ ਉਹ ਤੁਹਾਡੇ ਚ ਆ ਤਾਂ ਜਾਊਗਾ ਸੱਤਾ ਦੇ ਲਾਲਚ ਨੂੰ, ਪਰ ਉਹ ਤੁਹਾਡੀ ਵਿਚਾਰਧਾਰਾ ਵਾਲਾ ਨਹੀਂ ਹੋਣ ਵਾਲਾ। ਫਿਰ ਜਿੱਦਣ ਜਾਊਗਾ ਉਦੋਂ ਹਾਰੇ ਜਾਊਗਾ, ਫਿਰ ਤੁਹਾਡੇ ਚੋਂ ਬਾਹਰ ਨਿਕਲਣ। ਹੁਣ ਉਹ ਦੌਰ ਆਉਣ ਵਾਲਾ ਇੱਧਰੋਂ। ਸਹੀ ਹੈ, ਸਹੀ, ਬਿਲਕੁਲ। ਜਿੰਨੇ ਤਰ੍ਹਾਂ ਦਾ ਸਟਾਫ ਇਕੱਠਾ ਕਰ ਲਿਆ। ਹੁਣ ਜੇ ਆਪਾਂ ਇਹ ਗੱਲ ਕਰੀਏ ਤਾਂ ਦਲ ਬਦਲੀ ਦੀ ਪ੍ਰਕਿਰਿਆ ਦੇ ਵਿੱਚ ਜੇ ਹੁਣ ਕੋਈ ਵੀ ਫਰਕ ਨਹੀਂ ਰਿਹਾ, ਕੋਈ ਆ ਜਾਓ, ਕੋਈ ਚੱਲ ਜਾਓ, ਤੇ ਤੁਸੀਂ ਇੱਥੋਂ ਦਾ ਲਾ ਲਓ ਕਿ ਚੋਣਾਂ ਹੁੰਦੀਆਂ ਨੇ ਇੱਕ ਸੂਬੇ ਦੀਆਂ, ਪੱਛਮੀ ਬੰਗਾਲ ਦੀਆਂ, ਤੇ ਲਓ ਜੀ ਕਹਿੰਦੇ 20-22 MP ਇਕੱਠੇ ਛੱਡ ਕੇ ਇੱਧਰ ਆ ਗਏ ਜੀ। ਸਹੀ ਹੈ। ਮਤਲਬ ਇਹ ਠੋਕਦਾ ਆਪਾਂ ਫਿਰ ਜੇ ਉਹ ਹੋ ਸਕਦਾ ਤਾਂ 40-45 ਇੱਥੇ ਕੀ ਹੈ। ਸਾਡੇ ਰਾਜ ਸਭਾ ਵੀ ਤਾਂ ਗਏ ਹੋਏ ਨੇ, 6 ਪੰਜਾਬ ਵਾਲੇ, 1 ਦਿੱਲੀ ਵਾਲੇ, 7 ਚਲੇ ਗਏ। ਪੰਜਾਬ ਦੇ 7 ਰਾਜ ਸਭਾ ਮੈਂਬਰ ਨੇ, 7 ਚੋਂ 6 ਛੱਡ ਕੇ ਚਲੇ ਗਏ, 1 ਰਹਿ ਗਏ, ਤੇ ਉਹ ਵੀ ਨਾਰਾਜ਼ਗੀ ਪ੍ਰਗਟਾਉਣ ਲੱਗੇ ਆਮ ਆਦਮੀ ਪਾਰਟੀ ਨਾਲ। ਸਹੀ ਹੈ। ਮਤਲਬ ਕਮਾਲ ਦਾ ਵਰਤਾਰਾ ਨਾ ਕਿ ਪੰਜਾਬ 'ਚ 94 MLA ਆਮ ਆਦਮੀ ਪਾਰਟੀ ਦੇ, ਰਾਜ ਸਭਾ ਮੈਂਬਰ ਹੁਣ ਸਿੱਧੇ ਰੂਪ 'ਚ ਇੱਕ ਵੀ ਨਹੀਂਗਾ। ਜਿਹੜਾ ਇੱਕ ਹੈਗਾ ਉਹ ਕਹਿੰਦਾ ਮੈਥੋਂ ਤੋਂ ਦੂਰ ਹੈ, ਤੇ 6 ਚਲੇ ਗਏ, ਤੇ 6 ਕਿਹਦੇ ਹੋ ਗਏ? ਜਿਨ੍ਹਾਂ ਦੇ ਪੰਜਾਬ 'ਚ 2 MLA ਨੇ। ਸਹੀ ਹੈ। ਇਹ ਸੰਵਿਧਾਨ ਨਾਲ, ਕਾਨੂੰਨ ਨਾਲ, ਇਹ ਚੁਣੇ ਨੁਮਾਇੰਦਿਆਂ ਦੇ ਹੱਕ ਹਕੂਕਾਂ ਨਾਲ ਮਜ਼ਾਕ ਨਹੀਂ ਗਾ ਜੀ। ਬਿਲਕੁਲ। ਤੇ ਫਿਰ ਜੇ ਉਹ ਸਾਰਾ ਕੁਝ ਚੱਲ ਸਕਦਾ, ਫਿਰ 40-45 ਦੀ ਕਿਹੜੀ ਗੱਲ ਹੈ? ਹਾਂ, ਇਹ ਗੱਲ ਪਹਿਲਾਂ ਵੀ ਚੱਲਦੀ ਰਹੀ ਹੈ। ਕਦੇ ਖੁਦ ਆਮ ਆਦਮੀ ਪਾਰਟੀ ਕਹਿੰਦੀ ਸੀ ਕਿ ਜੀ ਮਿਸ਼ਨ ਲੋਟਸ ਹੋ ਰਿਹਾ ਜੀ, ਸਾਨੂੰ ਖਰੀਦਿਆ ਜਾ ਰਿਹਾ ਜੀ। ਜਿਨ੍ਹਾਂ ਤੋਂ ਬੈਠ ਕੇ ਪ੍ਰੈਸ ਕਾਨਫਰੰਸ ਕਰਨੀ, ਉਹ ਤਾਂ ਵੀ ਚਲੇ ਗਏ। ਤੇ ਆਪ ਖੁਦ ਦੂਜੀਆਂ ਪਾਰਟੀਆਂ ਦੇ ਲੀਡਰ ਲਿਆ ਕੇ ਚੋਣਾਂ ਲੜਾਈਆਂ, ਚਾਹੇ ਜਿਮਨੀ ਚੋਣਾਂ ਹੋਣ, ਚਾਹੇ ਲੋਕ ਸਭਾ ਚੋਣਾਂ ਹੋਣ, ਸਾਰਾ ਕੁਝ ਕੀਤਾ। ਤੇ ਦੂਸਰੇ ਪਾਸੇ ਖੁਦ ਪ੍ਰਤਾਪ ਬਾਜਵਾ ਕਹਿੰਦੇ ਰਹੇ ਕਿ ਜੀ 40-42 ਆਮ ਆਦਮੀ ਪਾਰਟੀ ਦੇ MLA ਸਾਡੇ ਸੰਪਰਕ 'ਚ ਨੇ। ਠੀਕ ਹੈ। ਪਰ ਹੁਣ ਜਦੋਂ ਚੋਣਾਂ 'ਚ 4 ਮਹੀਨੇ 5 ਮਹੀਨੇ ਰਹਿੰਦੇ ਹੋਣ, ਤਦ ਇਹ ਸਵਾਲ ਆਵੇ ਕਿ ਜੀ ਆਮ ਆਦਮੀ ਪਾਰਟੀ ਦੇ 45 MLA ਛੱਡ ਰਹੇ ਨੇ। ਚਲੋ ਇਹ ਛੱਡਿਆ ਤਾਂ ਜਾ ਸਕਦਾ ਹੈ, ਇਹ ਉਮੀਦ ਕੀਤੀ ਜਾ ਸਕਦੀ ਹੈ ਕਿ ਛੱਡ ਸਕਦੇ ਨੇ, ਪਰ ਕਹਿ ਕੌਣ ਰਿਹਾ? ਮਤਲਬ ਜਿਹਦੇ ਘਰੇ ਆਪਣਾ ਕਲੇਸ਼ ਹੈ, ਆਪਣੀ ਵੰਡ ਵਟੀਨ ਦਾ ਖੰਡਾਰਾ ਪਿਆ ਹੋਇਆ, ਆਪਣੇ ਘਰ ਸੰਭਾਲ ਨਹੀਂ ਹੋ ਰਿਹਾ ਤੋਂ, ਤੇ ਤੁਸੀਂ ਗੱਲਾਂ ਦੂਏ ਦੇ ਘਰੇ ਲੱਗਣ ਦੀਆਂ ਕਰ ਰਹੇ ਹੋ। ਰਾਜਾ ਬੜੀ ਕਹਿ ਰਿਹਾ ਜੀ। ਠੀਕ ਹੈ ਭਾਈ, ਤੇਰੀ ਆਪਣੀ ਪ੍ਰਧਾਨਗੀ ਤੇ ਤਲਵਾਰ ਲਟਕ ਰਹੀ ਆ। ਸਹੀ ਹੈ। ਤੇਰੇ ਆਪਣੀ ਪਾਰਟੀ ਦੇ ਅੰਦਰ
ਤੇਰੇ ਨਾਲ ਬੈਠਣ ਨੂੰ ਤੇਰੀ ਲੀਡਰਸ਼ਿਪ ਤਿਆਰ ਨਹੀਂ, ਤੇਰੇ ਨਾਲ ਸਟੇਜ ਸਾਂਝੀ ਕਰਨ ਨੂੰ ਤਿਆਰ ਨਹੀਂ, ਤੇ ਤੂੰ ਦੂਰਿਆਂ ਦੇ ਘਰਾਂ ਦੀ ਗੱਲ ਕਰਦਾ ਤੇ ਉਹ ਕਿਹੜੇ ਮੂੰਹ ਨਾਲ ਕਰੇ। ਸਹੀ ਹੈ, ਬਿਲਕੁਲ। ਤੇ ਗੱਲ ਵੀ ਇਹ ਕਰ ਰਿਹਾ ਕਿ ਜੀ 40-45 ਐਮਐਲਏ ਛੱਡ ਸਕਦੇ ਨੇ, ਮਤਲਬ ਇਹ ਨਹੀਂ ਕਹਿ ਰਹੇ ਕਿ ਸਾਡੇ ਨਾਲ ਆਉਣਗੇ। ਜਾਣੇ ਜਿਹਨੇ ਤਾਂ ਬੀਜੇਪੀ ਨਾਲ ਜਾਣੇ ਨੇ, ਫਿਰ ਤੈਂ ਕੀ ਲੈਣਾ। ਹਾਂ, ਇਸ ਗੱਲ ਦੀ ਚਰਚਾ ਖੂਬ ਹੈ ਜੀ ਕਿ ਉਹ ਛੱਡਣ ਵਾਲੇ ਹੋਣਗੇ ਕੌਣ। ਉਹ ਹੋਣਗੇ ਜਿਨ੍ਹਾਂ ਦੀ ਗੱਲ ਆਪਾਂ ਲੰਮੇ ਸਮੇਂ ਤੋਂ ਕਰਦੇ ਆਏ ਕਿ 40-42 ਦੀਆਂ ਟਿਕਟਾਂ ਕੱਟ ਹੋਣੀਆਂ ਇਸ ਵਾਰ ਜੀ। ਸਹੀ ਹੈ। ਜਦੋਂ ਅਗਲੇ ਨੂੰ ਪਤਾ ਮੈਨੂੰ ਟਿਕਟਾਂ ਨਹੀਂ ਮਿਲਣੀ, ਅਗਲਾ ਕਹਿੰਦਾ ਕਿਸੇ ਹੋਰ ਪਾਸੇ ਚੱਲ ਜੀ, ਸ਼ਾਇਦ ਉਧਰੋਂ ਮਿਲ ਜੂ। ਇੱਕ ਪਾਰਟੀ ਅੰਮ੍ਰਿਤਪਾਲ ਹੋਰਾਂ ਦੀ ਧਿਰ ਬਾਤ ਪੰਜਾਬ ਦੀ, ਉਹਨੇ ਵੀ ਉਮੀਦਵਾਰ ਪੂਰੇ ਕਰਨੇ 117 ਬੰਦੇ, ਉਹਨਾਂ ਨੂੰ ਵੀ ਚਾਹੀਦੇ ਨੇ। ਸਹੀ ਹੈ, ਚਾਹੀਦੇ ਪੁਨਰ ਸਰਜੀਤ ਵਾਲਿਆਂ ਨੂੰ ਵੀ ਨੇ। ਘਰ ਤਾਂ ਅਕਾਲੀ ਦਲ ਦਾ ਵੀ ਹੁਣ ਉਹੋ ਜਿਹਾ ਪੂਰਾ ਨੀਗਾ, ਕਈ ਉਹਨਾਂ ਚੋਂ ਗਏ ਹੋਏ ਵਾਪਸ ਆ ਜਾਣਗੇ ਕਿ ਚਲੋ ਇੱਕ ਵਾਰ ਐਮਐਲਏ ਬਣ ਕੇ ਆਏ, ਸ਼ਾਇਦ ਦੁਬਾਰਾ ਇੱਧਰੋਂ ਟਿਕਟ ਮਿਲ ਜਾਵੇ। ਜਿਹੜੇ ਪਹਿਲਾਂ ਤੀਜੀ ਚੌਥੀ ਕਤਾਰ 'ਚ ਖੜੇ ਸੀ, ਉਹ ਮੁਰਲੀ ਕਤਾਰ 'ਚ ਆ ਗਏ, ਹੁਣ ਅਗਲੇ ਉੱਧਰ ਐਮਐਲਏ ਬਣ ਕੇ ਉਹ ਇੱਧਰ ਆਉਣ ਨੂੰ ਤਿਆਰ ਨੇ। ਇੱਕ ਨਵੀਂ ਪਾਰਟੀ ਮਤਲਬ ਕਿ ਅਮਤੋਜ ਮਾਨ ਹੋਣੀ ਖੜੀ ਕਰਨ ਨੂੰ ਕਹਿੰਦੇ ਤਿਆਰ ਨੇ ਜੀ, ਉਹਨਾਂ ਨੇ ਪੈਦਾ ਕਰ ਲੈਣੇ। ਉੱਧਰ ਵੀ 117 ਬੰਦੇ ਚਾਹੀਦੇ ਹੋਣਗੇ। ਇਸ ਲਈ ਆਪਸ਼ਨਾਂ ਬਹੁਤ ਨੇ, ਪਰ ਜਿਹੜੇ ਫਿਰਦ ਰਾਜਨੀਤੀ ਨੂੰ ਸਮਝਣ ਵਾਲੇ ਲੋਕ ਨੇ ਉਹ ਕਹਿੰਦੇ ਇਹਨਾਂ ਚੋਂ 40-42 ਨੂੰ ਜੇ ਆਮ ਆਦਮੀ ਪਾਰਟੀ ਟਿਕਟ ਨਹੀਂ ਦੇਊਗੀ ਤਾਂ ਅੱਧਿਆਂ ਤੋਂ ਵੱਧ ਅਜਿਹੇ ਹੋਣਗੇ ਜਿਨ੍ਹਾਂ ਨੂੰ ਕੋਈ ਵੀ ਪਾਰਟੀ ਟਿਕਟ ਨਹੀਂ ਦੇਊਗੀ। ਕੋਈ ਵੀ ਪਾਰਟੀ ਟਿਕਟ ਨਹੀਂ ਦੇਊਗੀ। ਸਹੀ ਹੈ। ਇਹ ਨਵੇਂ ਜੰਮੀਆਂ ਪਾਰਟੀਆਂ ਭਾਵਾਂ ਕਿਸੇ ਨੂੰ ਨੇੜੇ ਲਾ ਲੈਣ, ਜਾਂ ਹੋ ਸਕਦਾ ਇਹਨਾਂ ਚੋਂ ਚੰਦ 5-7 ਬੰਦੇ ਅਜਿਹੇ ਹੋਣ ਜਿਨ੍ਹਾਂ ਨੂੰ ਬੀਜੇਪੀ ਕਾਂਗਰਸ ਨੇੜੇ ਲਾ ਜਾਵੇ। ਪਰ ਕਹਿੰਦੇ ਜੇ ਸਾਰੇ ਸੋਚ ਕੇ ਚਲੇ ਜਾਣ ਤਾਂ ਉੱਥੇ ਰੁੜ ਜਾਣਗੇ ਇਹ, ਉੱਥੇ ਮੰਡੀ 'ਚ ਨਹੀਂ ਲੱਭਣੇ ਇਹ ਕਿਤੇ। ਸਹੀ ਹੈ। ਸੋ ਇਸ ਲਈ ਇਹ ਦੇਖਣ ਵਾਲੀ ਗੱਲ ਹੈ ਕਿ ਮੁੱਲ ਵੱਟਣ ਜਾਂਦੇ ਨੇ ਜਾਂ ਇੱਧਰੋਂ ਕੁਰਸੀ ਖਿਸ ਕਰੀਏ ਤਾਂ ਉੱਧਰ ਜਾਂਦੇ ਨੇ। ਹੁਣ ਵਿਚਾਰਧਾਰਾ ਨਾਲ ਕੋਈ ਮਾਮਲਾ ਨਹੀਂਗਾ, ਮਾਮਲਾ ਸਿਰਫ ਉਹਦੇ ਨਾਲ ਟਿਕਟ ਨਾਲ ਜੁੜਿਆ। ਇਸ ਲਈ ਇਹ ਚਰਚਾ ਕਾਫੀ ਹੈ ਜੀ ਕਿ 40-45 ਛੱਡ ਸਕਦੇ ਨੇ, ਕਿਉਂਕਿ ਦਿੱਲੀ ਦੇ ਵਿੱਚ ਲੰਘੇ ਦਿਨੀ ਗੁਪਤ ਬੈਠਕ ਆਮ ਆਦਮੀ ਪਾਰਟੀ ਦੀ ਹੋਈ ਹੈ, ਉਹਦੇ ਵਿੱਚ ਨਿਸ਼ਾਨਦੇਹੀ ਹੋ ਗਈ ਆ ਤੇ ਨਿਸ਼ਾਨਦੇਹੀ ਦੇ ਪ੍ਰਗਟਾਵਾ ਖੁਦ ਮੁੱਖ ਮੰਤਰੀ ਭਗਵੰਤ ਮਾਨ ਕਰਦੇ ਰਹੇ ਨੇ। ਰੱਖੜੇ ਨੂੰ ਝੁੱਕ ਕੇ ਮਿਲਦੇ ਨੇ, ਉਹ ਤੋਂ ਇੱਕ ਬੰਦਾ ਛੱਡ ਕੇ ਗਾਂ ਜੋੜਾ ਮਾਜਰਾ ਖੜਾ, ਉਹ ਤੋਂ ਖੱਬੇ ਮੁੜ ਜਾਂਦੇ ਨੇ, ਉਹਦੇ ਨਾਲ ਹੱਥ ਵੀ ਨਹੀਂ ਮਿਲਾਉਂਦੇ, ਫਤਿਹ ਵੀ ਨਹੀਂ ਸਾਂਝੀ ਕਰਦੇ। ਮਤਲਬ ਸਟੇਜ ਤੇ ਸੁਨੇਹਾ ਦੇ ਰਹੇ ਕਿ ਜੋੜਾ ਮਾਜਰਾ ਨਹੀਂ, ਉਮੀਦਵਾਰ ਸਾਡਾ ਸਰਜੀਤ ਰੱਖੜਾ। ਸਹੀ ਹੈ, ਅਗਲਾ ਮੋਢਾ ਪਰੂਸਦਾ। ਇਸ ਲਈ ਇਹ ਤਰੀਕਾਕਾਰ ਜਿਹੜੇ ਅਪਣਾਏ ਜਾ ਰਹੇ ਨੇ ਉਸ ਹਿਸਾਬ ਨਾਲ ਫਿਰ ਇਹ ਉਹੀ ਨੇ ਜਿਹਨਾਂ ਟਿਕਟਾਂ ਕੱਟੀਆਂ ਜਾਣੀਆਂ। ਸਹੀ ਹੈ, ਬਿਲਕੁਲ ਜੀ। ਇਹ ਸ਼ਰਮਾ ਜੀ ਦੇਖੋ, ਆਪਾਂ ਇਹ ਤਾਂ ਨਹੀਂ ਕਹਿੰਦੇ ਵੀ ਅਸੀਂ ਬਾਹਲੇ ਸਿਆਣੇ ਆ ਤੇ, ਪਰ ਪੋਲੀਟੀਕਲ ਸਾਇੰਸ ਦੇ ਸਟੂਡੈਂਟ ਰਹੇ ਆ ਤੇ ਇੰਨੀਆਂ ਚੀਜ਼ਾਂ ਦਾ ਤਾਂ ਜ਼ਰੂਰ ਪਤਾ ਕਿ ਜਿਹੜੇ ਅਸਲ ਲੀਡਰ ਹੁੰਦੇ ਨੇ ਨਾ ਸ਼ਰਮਾ ਜੀ, ਬਹੁਤ ਸਾਰੀਆਂ ਚੀਜ਼ਾਂ ਮੈਂ ਤੁਹਾਡੇ ਜਿਹੜੀਆਂ ਟਿੱਪਣੀਆਂ ਨੇ ਉਹਨਾਂ ਤੋਂ ਸਿੱਖੀਆਂ ਨੇ। ਅਸਲ ਲੀਡਰ ਵਿਰੋਧ ਦੇ ਵਿੱਚੋਂ ਆਪਣੀ ਪੋਲਿਟਿਕਸ ਖੜੀ ਕਰਦੇ ਆ। ਉਹ ਪਹਿਲਾਂ ਜ਼ਮੀਨ ਤੇ ਸੰਘਰਸ਼ ਕਰਦੇ ਆ, ਲੋਕਾਂ ਦਾ ਸਾਥ ਦਿੰਦੇ ਆ, ਲੋਕਾਂ ਦੀਆਂ ਮੰਗਾਂ ਉਠਾਉਂਦੇ ਆ, ਫਿਰ ਆਪਣੀ ਪੋਲਿਟਿਕਸ ਖੜੀ ਕਰਦੇ ਆ। ਤੇ ਬਹੁਤ ਸਾਰੇ ਲੀਡਰ ਜਦੋਂ ਸੱਤਾਧਾਰੀ ਪਾਰਟੀ 'ਚ ਹੁੰਦੇ ਆ ਉਦੋਂ ਆਪਦੀ ਪੋਲਿਟਿਕਸ ਖੜੀ ਕਰ ਲੈਂਦੇ ਆ। ਉਹ ਅਫਸਰਾਂ ਤੋਂ ਕੰਮ ਕਰਾਉਂਦੇ ਆ, ਲੋਕਾਂ ਦੇ ਕੰਮ ਕਰਾ ਕੇ ਲੋਕਾਂ ਦੇ ਵਿੱਚ ਹਰਮਨ ਪਿਆਰੇ ਹੁੰਦੇ ਤੇ ਆਪਣੀ ਅਲੱਗ ਲੀਕ ਖਿੱਚ ਕੇ ਹਲਕੇ 'ਚ ਆਪਣਾ ਜਿਹੜਾ ਬੰਦੋਬਸਤ ਉਹ ਕਰ ਲੈਂਦੇ, ਆਧਾਰ ਬਣਾ ਲੈਂਦੇ ਆ। ਇਹਨਾਂ 'ਚੋਂ ਜਿਹਨਾਂ ਦੀ ਤੁਸੀਂ ਗੱਲ ਕੀਤੀ ਹੈ, ਇਹ ਦੋਨੇ ਕੈਟਾਗਰੀਆਂ 'ਚ ਹੀ ਨਹੀਂ ਆਉਂਦੇ। ਨਾ ਇਹਨਾਂ ਨੇ ਵਿਰੋਧ ਦੇ ਵਿੱਚੋਂ ਪੋਲਿਟਿਕਸ ਖੜੀ ਕੀਤੀ, ਇਹਨਾਂ ਨੇ ਉਦੋਂ ਸੰਘਰਸ਼ ਨਹੀਂ ਕੀਤਾ, ਉਦੋਂ ਮੌਕਾ ਲੱਗ ਗਿਆ, ਟਿਕਟਾਂ ਮਿਲ ਗਈਆਂ, 22 'ਚ ਬਣ ਗਏ। ਨਾ 22 ਦੇ ਵਿੱਚ ਐਮਐਲਏ ਬਣ ਕੇ ਆਪਦੀ ਪੋਲਿਟਿਕਸ ਖੜੀ ਕਰ ਸਕੇ। ਇਹਨਾਂ ਦੇ ਵਿੱਚ ਇਹ ਨਾ ਕਾਬਲੀਅਤ ਦੀ ਨਿਸ਼ਾਨੀ ਹੈ। ਮੈਂ ਪੰਜਾਬ ਦੇ ਵਿੱਚ ਮੈਂ ਦਰਜਨਾਂ ਇਹੋ ਨਾਮ ਗਿਣਾ ਸਕਦਾ ਸ਼ਰਮਾ ਜੀ, ਜਿਹੜੇ ਬੰਦੇ ਬਲਾਕ ਲੈਵਲ ਤੋਂ ਪੋਲਿਟਿਕਸ ਤੇ ਪਹੁੰਚੇ ਔਰ ਉੱਪਰਲੀਆਂ ਸ਼ਾਖਾਵਾਂ ਤੱਕ ਪਹੁੰਚੇ। ਉਹ ਬੰਦੇ ਉੱਪਰਲੀਆਂ ਥਾਵਾਂ ਤੱਕ ਪਹੁੰਚੇ। ਇਹਨਾਂ ਨੂੰ ਤਾਂ ਐਮਐਲਏ ਬਣਨ ਦਾ ਮੌਕਾ ਮਿਲ ਗਿਆ ਪਹਿਲੀ ਵਾਰੀ, ਲੋਕਾਂ ਨੂੰ ਤਾਂ ਕਈ ਵਾਰੀ ਸਰਪੰਚੀ ਵੀ ਨਹੀਂ ਜਿੱਤੀ ਗਈ ਪਹਿਲੀ ਵਾਰੀ, ਜਿਹੜੇ ਬਾਅਦ ਦੇ ਵਿੱਚ ਵਿਧਾਇਕ ਤੱਕ ਬਣ ਗਏ। ਜੀ ਬਿਲਕੁਲ। ਤੇ ਜਾਂਦੇ ਨਹੀਂ, ਇੱਕ ਖਬਰ ਤੇ ਹੋਰ ਤੇ ਚਰਚਾ ਕਰਦੇ ਆਪਾਂ। ਦੋ ਸਰਕਾਰਾਂ, ਪੰਥਕ ਸਰਕਾਰ ਤੇ ਪੰਜਾਬ ਦੀ ਸਰਕਾਰ। ਇਹ ਪੰਥਕ ਸਰਕਾਰ ਐਸਜੀਪੀਸੀ ਤੇ ਪੰਜਾਬ ਦੀ ਸਰਕਾਰ ਮਾਨ ਸਰਕਾਰ, ਇਹਨਾਂ ਦੇ ਵਿਚਾਲੇ ਹੁਣ ਸਹਿਮਤੀ ਬਣ ਗਈ ਹੈ ਜੀ। ਟਕਰਾਅ ਪਹਿਲਾਂ ਨਾਲੋਂ ਘਟਦਾ ਨਜ਼ਰ ਆਉਂਦਾ ਜੀ। ਦੇਖੋ, ਜਿਹੜੀ ਉਮੀਦ ਕੀਤੀ ਜਾ ਰਹੀ ਹੈ ਕਿ ਜਿਹੜਾ ਮਸਲਾ ਟਕਰਾਅ ਵਾਲਾ ਵੱਡਾ ਹੈ ਜੀ, ਉਹ ਹੈ ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਸੋਧ ਐਕਟ ਵਾਲਾ ਮਾਮਲਾ। ਜਿਹੜਾ ਮਾਮਲਾ ਟਕਰਾਅ ਵਾਲਾ ਵੱਡਾ ਹੈ ਉਹ ਹੈ ਮੁੱਖ ਮੰਤਰੀ ਭਗਵੰਤ ਮਾਨ ਨਾਲ ਸੰਬੰਧਿਤ ਵੀਡੀਓ ਵਾਲਾ ਮਾਮਲਾ, ਜਿਹਦੀਆਂ ਲੈਬ ਰਿਪੋਰਟਾਂ ਦੇ ਹਵਾਲੇ ਨਾਲ ਇੱਕ FIR ਵੀ ਹੋ ਚੁੱਕੀ ਹੈ। ਉਹਨਾਂ ਮਾਮਲੇ ਵਿੱਚ ਤਾਂ ਤਣਾਅ ਵਧਿਆ ਹੋਇਆ ਜੀ। ਉਹ ਮਾਮਲੇ ਤਾਂ ਨਹੀਂ ਤਣ ਪੱਕਣ ਲੱਗ ਰਹੇ। ਠੀਕ ਹੈ। ਪਰ ਸਰਕਾਰ ਇੱਕ ਹੋਰ ਪਾਸਿਓਂ ਸਹਿਮਤੀ ਵਾਲੇ ਪਾਸੇ ਗਈ ਹੈ। ਉਹ ਹੈ 350 ਸਾਲਾ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਹਾੜੇ ਦੇ ਮੌਕੇ ਜੀ ਜਿਹੜੇ ਸਮਾਗਮ ਸੀਗੇ ਸ਼੍ਰੀ ਅਨੰਦਪੁਰ ਸਾਹਿਬ ਵਿਖੇ, ਉਸ ਸਮੇਂ ਇਹਨਾਂ ਨੇ ਉੱਥੇ ਐਲਾਨ ਕੀਤਾ ਸੀਗਾ ਜੀ ਕਿ ਅਸੀਂ ਹੈਰੀਟੇਜ ਸਟਰੀਟ ਬਣਾਵਾਂਗੇ। ਕੇਸਗੜ੍ਹ ਸਾਹਿਬ ਜਿਹੜਾ ਜਾਂਦਾ ਮਾਰਗ ਹੈ, ਉਹਦੇ ਉੱਤੇ ਜਥੇਦਾਰ ਸਾਹਿਬ ਐਸਜੀਪੀਸੀ ਸਹਿਮਤ ਨਹੀਂ ਸੀ। ਠੀਕ ਹੈ। ਉਹ ਕਹਿੰਦੇ ਵੀ ਕਿ ਇਹਦੇ ਨਾਲ ਸ਼੍ਰੀ ਕੇਸਗੜ੍ਹ ਸਾਹਿਬ ਦੀ ਦਿੱਖ ਤੇ ਅਸਰ ਪੈਂਦਾ, ਜਦੋਂ ਉਹਦੇ ਮੂਹਰੇ ਇਮਾਰਤਾਂ ਉਤਰ ਜਾਣਗੀਆਂ, ਦੁਕਾਨਾਂ, ਕਿਉਂਕਿ ਆਮ ਆਦਮੀ ਪਾਰਟੀ ਦੇ ਦਿਮਾਗ 'ਚ ਨਕਸ਼ਾ ਬਣਿਆ ਹੋਇਆ
ਸ਼੍ਰੀ ਦਰਬਾਰ ਸਾਹਿਬ ਨੂੰ ਜਾਣ ਵਾਲਾ ਉਹ ਜਿਹੜਾ ਵਿਰਾਸਤੀ ਮਾਰਗ ਬਣਿਆ, ਉਹ ਜਿਹਾ ਅਸੀਂ ਵੀ ਕੁਝ ਕਰ ਜੀ, ਸਾਡੇ ਨਾਂ ਚੜ ਜਾਵੇ, ਸਾਡਾ ਨਾਮ ਬੋਲਣ ਲੱਗ ਜਾਵੇ, ਫਿਰ 25 ਕਰੋੜ ਦੀ ਯੋਜਨਾ ਹੋ ਸਕਦਾ ਉਹਦੇ ਵਿੱਚੋਂ ਕੁਝ ਚੋਗਾ ਚੁਗਣ ਦੀ ਵੀ ਉਮੀਦ ਹੋਵੇ ਕਿ ਚੁਗਿਆ ਜਾਵੇ, ਕੁਛ ਮੂਹਰੇ ਚੋਣਾਂ ਆ ਰਹੀਆਂ, ਇਸ ਲਈ 25 ਕਰੋੜ ਦੀ ਯੋਜਨਾ ਨੂੰ ਪ੍ਰਵਾਨ ਚੜਾਉਣ ਲਈ ਇਹ ਕੋਸ਼ਿਸ਼ਾਂ ਕਰ ਰਹੇ ਸੀ। ਜਦੋਂ ਉਹ ਮਾਰਗ ਤੇ ਸਹਿਮਤੀ ਨਹੀਂ ਬਣੀ ਕਿ ਜਿਹੜਾ ਮੁੱਖ ਮਾਰਗ ਹੈ ਚੰਡੀਗੜ੍ਹ ਤੋਂ ਨੰਗਲ ਉਨੇ ਵਾਲਾ, ਉਹ ਤੋਂ ਜੇ ਕਿਸਗੜ੍ਹ ਸਾਹਿਬ ਨੂੰ ਜਾਈਏ ਤਾਂ ਫਿਰ ਪਹਿਲਾਂ ਸਰੋਵਰ ਵਾਲਾ ਪਾਸਾ, ਪਾਰਕਿੰਗ ਵਾਲਾ ਪਾਸਾ, ਤੇ ਫਿਰ ਅੱਗੇ ਚੜ੍ਹਾਈ ਘੱਟੀ ਚੜ੍ਹ ਕੇ ਫਿਰ ਕਿਸਗੜ੍ਹ ਸਾਹਿਬ। ਉਹ ਕਹਿੰਦੇ ਜੇ ਉੱਥੋਂ ਬਣੂਗਾ ਤਾਂ ਉਹ ਦ੍ਰਿਸ਼ ਜਿਹੜਾ ਦਿਖਦਾ ਸਾਹਮਣੇ ਤੋਂ ਕਿਸਗੜ੍ਹ ਸਾਹਿਬ ਦਾ, ਉਹ ਅਲੌਕਿਕ ਦ੍ਰਿਸ਼ ਦੇ ਉੱਤੇ ਅਸਰ ਪੈਂਦਾ ਜੀ। ਫਿਰ ਇਹ ਕਹਿੰਦੇ ਜੀ ਆਪਾਂ ਗੁਰੂ ਘਰਾਂ ਨੂੰ ਜੋੜਨ ਵਾਲੇ ਪਾਸੇ ਮਾਰਗ ਬਣਾ ਦਿੰਦੇ ਆ ਜੀ, ਕਿਸਗੜ੍ਹ ਸਾਹਿਬ ਤੋਂ ਜਿਹੜਾ ਸੀਸਗੰਜ ਸਾਹਿਬ ਨੂੰ ਮਾਰਗ ਜਾਂਦਾ ਉਹ ਤੋਂ ਅੱਗੇ ਗੁਰਦੁਆਰਾ ਭੋਰਾ ਸਾਹਿਬ ਨੂੰ ਜੋੜਦਾ, ਇੱਥੇ ਕਰ ਦਿੰਦੇ ਆ ਜੀ ਵਿਰਾਸਤੀ ਮਾਰਗ। ਹੁਣ ਉਹਦੇ ਲਈ ਇਹਨਾਂ ਨੇ ਇੱਕ ਸਾਂਝੀ ਕਮੇਟੀ ਬਣਾਈ ਹੈ ਤਾਂ ਕਿ 25 ਕਰੋੜ ਦਾ ਪ੍ਰੋਜੈਕਟ ਸਾਡਾ ਸਿਰੇ ਚੜ ਸਕੇ। ਉਹਦੇ ਵਿੱਚ ਮੁਖੀ ਹਿੱਸਾ ਲਾਇਆ ਜੀ ਤਰਨਪ੍ਰੀਤ ਸਿੰਘ ਸੌਂਦ, ਜਿਹੜੇ ਸੱਭਿਆਚਾਰਕ ਟੂਰਿਜ਼ਮ ਇਹਦੇ ਮੰਤਰੀ ਨੇ, ਉਹ ਮੁਖੀ ਨੇ। ਹਰਜੋਤ ਸਿੰਘ ਬੈਂਸ ਜਿਹੜੇ ਸਿੱਖਿਆ ਮੰਤਰੀ ਵੀ ਨੇ, ਸਥਾਨਕ ਸਰਕਾਰਾਂ ਦੇ ਮੰਤਰੀ ਵੀ ਨੇ, ਤੇ ਸ਼੍ਰੀ ਅਨੰਦਪੁਰ ਸਾਹਿਬ ਤੋਂ MLA ਨੇ, ਉਹਨਾਂ ਨੂੰ ਮੈਂਬਰ ਲਿਆ ਵਿੱਚ। ਸੰਤ ਬਾਬਾ ਕਸ਼ਮੀਰ ਸਿੰਘ ਜੀ ਭੂਰੀ ਵਾਲੇ, ਉਹਨਾਂ ਨੂੰ ਮੈਂਬਰ ਲਿਆ। ਕਾਰ ਸੇਵਾ ਕਿਲ੍ਹਾ ਆਨੰਦਗੜ੍ਹ ਸਾਹਿਬ ਵਾਲੇ ਸੰਤ ਬਾਬਾ ਸਤਨਾਮ ਸਿੰਘ ਜੀ, ਉਹਨਾਂ ਨੂੰ ਮੈਂਬਰ ਲਿਆ। SGPC ਨੂੰ ਕਿਹਾ ਆਪਣਾ ਇੱਕ ਨੁਮਾਇੰਦਾ ਦੇ ਦਿਓ, ਤੁਹਾਡਾ ਇੱਕ ਮੈਂਬਰ ਪਾ ਲਾਂਗੇ ਵਿੱਚ, ਤੇ ਇਸੇ ਤਰ੍ਹਾਂ ਬਾਕੀ ਪ੍ਰਸ਼ਾਸਨਿਕ ਅਧਿਕਾਰੀ ਹੋਣਗੇ। ਹੁਣ ਇੱਕ ਹਾਈ ਲੈਵਲ ਕਮੇਟੀ ਬਣੀ ਹੈ, ਇਹਨੇ ਅਜੇ ਤੈਅ ਕਰਨਾ ਕਿ ਪ੍ਰੋਜੈਕਟ ਸਿਰੇ ਚੜ੍ਹਨਾ ਚਾਹੀਦਾ ਤਾਂ ਇਸ ਰੂਟ ਤੇ ਏਦਾਂ ਉਹ ਤੋਂ ਬਾਅਦ ਹੈ। ਸੋ ਇਸ ਲਈ ਸਰਕਾਰ ਕਾਹਲੀ ਹੈ ਕਿ ਸਮਾਂ ਲੰਘਣ ਤੋਂ ਪਹਿਲਾਂ ਇਹ ਪ੍ਰੋਜੈਕਟ ਸਿਰੇ। ਹੁਣ ਇਹ ਤਾਂ ਸਰਕਾਰ ਤੇ ਉਹਨਾਂ ਦੇ ਨੁਮਾਇੰਦੇ ਜਾਣਦੇ ਹੋਣਗੇ ਕਿ ਉਹਨਾਂ ਦੇ ਮਨ ਦੇ ਵਿੱਚ ਸ਼ਰਧਾ ਹੈ, ਸਿਆਸਤ ਹੈ, ਜਾਂ ਇਹਦੇ ਵਿੱਚੋਂ ਕੁਝ ਸੇਵਾ ਭਾਵ ਆਪਣੀ ਜੇਬੇ ਪਾਉਣ ਦੀ ਇੱਛਾ, ਇਹ ਤਾਂ ਉਹ ਜਾਣਨ, ਪਰ ਇਹ ਕੋਸ਼ਿਸ਼ਾਂ ਹੋ ਰਹੀਆਂ ਨੇ। ਜੀ ਬਿਲਕੁਲ। ਤੇ ਜਾਂਦਿਆਂ ਦੀ ਗੱਲ ਕਰੀਏ ਬ੍ਰਿਟੇਨ ਦੀ, ਕੈਨੇਡਾ ਦੀ, ਕਹਿੰਦੇ ਬ੍ਰਿਟੇਨ 5000 ਭਾਰਤੀਆਂ ਨੂੰ ਤੇ ਕੈਨੇਡਾ 500 ਪੰਜਾਬੀਆਂ ਨੂੰ ਡਿਪੋਰਟ ਕਰਨ ਜਾ ਰਿਹਾ ਜੀ। ਪ੍ਰਵੀਨ ਜੀ, ਕੈਨੇਡਾ ਦੇ ਵਿੱਚ ਪਿਛਲੇ ਲੰਮੇ ਸਮੇਂ ਤੋਂ ਇੱਕ ਪ੍ਰਦਰਸ਼ਨ, ਭੁੱਖ ਹੜਤਾਲ ਸੜਕ ਦੇ ਉੱਤੇ ਅਲਬਰਟਾ ਕੈਲਗਰੀ ਜੋ ਚੱਲ ਰਿਹਾ ਸਟੂਡੈਂਟਸ ਦਾ, ਉਹ 500 ਦੇ ਕਰੀਬ, ਉਹਨਾਂ ਚ 1000 ਦੇ ਕਰੀਬ ਲੋਕ ਉੱਥੇ ਮੈਂ ਕਿਹਾ ਬੈਠੇ ਨੇ, 500 ਦਾ ਸਿੱਧੇ ਪੰਜਾਬੀ ਬੱਚੇ ਨੇ। ਉਹਨਾਂ ਦਾ ਮਾਮਲਾ ਕਿ ਜੀ ਸਟੱਡੀ ਵੀਜ਼ੇ ਪੂਰੇ ਹੋ ਗਏ, ਅੱਗੇ ਦੂਏ ਵੀਜ਼ੇ ਨਹੀਂ ਮਿਲ ਰਹੇ, ਅਪਲਾਈ ਨਹੀਂ ਹੋ ਰਿਹਾ, ਕਾਲਜਾਂ ਦੇ ਉਹ ਰਜਿਸਟ੍ਰੇਸ਼ਨ ਸਹੀ ਹੈ ਨਹੀਂ ਹੈ, ਇਹ ਮਸਲੇ ਕਾਫੀ ਇਸ ਤਰ੍ਹਾਂ ਦੇ ਮਸਲੇ ਨੇ। ਤੇ ਉਹਨਾਂ ਨੂੰ ਖਤਰਾ ਹੈ ਕਿ ਉਹਨਾਂ ਨੂੰ ਕਦੇ ਵਾਪਸ ਭੇਜਿਆ ਜਾ ਸਕਦਾ। ਉਹ ਇਸ ਜਦੋਜਹਿਦ ਚ ਨਹੀਂ, ਸਾਨੂੰ ਇੱਥੇ ਕਰਕੇ ਉੱਥੇ ਸਿੱਖ ਸੰਸਥਾਵਾਂ, ਗੁਰਦੁਆਰਾ ਕਮੇਟੀਆਂ ਉਹਨਾਂ ਦੇ ਖਾਣ ਪੀਣ ਦਾ ਮਾੜਾ ਮੋਟਾ ਦੇਖ ਰੇਖ ਕਰ ਰਹੀਆਂ ਨੇ, ਪਰ ਤਕਨੀਕੀ ਤੌਰ ਦੇ ਉੱਤੇ, ਕਾਨੂੰਨੀ ਤੌਰ ਦੇ ਉੱਤੇ ਜੇ ਉਹਨਾਂ ਦਾ ਪੇਚ ਫਸਿਆ ਫਿਰ ਅਜਿਹੇ ਦੇ ਵਿੱਚ ਉਹਨਾਂ ਨੂੰ ਵਾਪਸ ਭੇਜਿਆ ਜਾ ਸਕਦਾ। ਹੁਣ ਉਹਦੀ ਜਦੋਜਹਿਦ ਚੱਲੀ। ਦੂਸਰਾ ਮਾਮਲਾ, ਆਪਾਂ ਅਮਰੀਕਾ ਦਾ ਮਾਮਲਾ ਤਾਂ ਲਗਾਤਾਰ ਸਾਹਮਣੇ ਆਉਂਦਾ ਰਿਹਾ। ਸਾਡੇ ਵਿਦੇਸ਼ ਮੰਤਰੀ ਨੇ ਮੰਨਿਆ ਕਿ 448 ਤੋਂ ਬਾਅਦ ਹੁਣ ਤੱਕ ਡਿਪੋਰਟ ਹੋ ਕੇ ਆ ਲਏ ਜੀ। ਸਾਡੇ ਜਹਾਜ਼ ਭਰ ਕੇ ਜਦੋਂ ਆਏ ਸੀ ਤਦ ਵੀ ਗੱਲਾਂ ਹੋਈਆਂ ਸੀ, ਬੇੜੀਆਂ ਲਾ ਕੇ, ਹਥਕੜੀਆਂ ਲਾ ਕੇ। ਤੇ ਅਜੇ ਵੀ ਉਧਰ ਖਤਰਾ ਖੜਾ ਹੈ ਕਿ ਪਤਾ ਨਹੀਂ ਅਮਰੀਕਾ ਵੱਲੋਂ ਕਦੋਂ ਕਿਹੋ ਜਿਹਾ ਫੈਸਲਾ ਆ ਜਾਂਦਾ। ਪਰ ਇਹ ਸਭ ਦੇ ਦਰਮਿਆਨ ਬ੍ਰਿਟੇਨ ਤੋਂ 5000 ਦੇ ਕਰੀਬ ਭਾਰਤੀਆਂ ਨੂੰ ਡਿਪੋਰਟ ਕਰਨ ਵਾਲੀ ਖਬਰ ਦਾ ਆਉਣਾ, ਇਹ ਹੈਰਾਨ ਵੀ ਕਰਦਾ ਤੇ ਪਰੇਸ਼ਾਨ ਵੀ ਕਰਦਾ। ਅਸਲ ਚ ਕੀ ਹੈ ਕਿ ਉੱਥੇ ਵੱਡਾ ਮੁੱਦਾ ਬਣ ਰਿਹਾ ਗੈਰ ਕਾਨੂੰਨੀ ਲੋਕਾਂ ਦਾ। ਜੀ ਸਹੀ ਹੈ। ਤੇ ਜਿਹੜੀਆਂ ਵਿਰੋਧੀ ਧਿਰਾਂ ਨੇ ਉਹ ਸੱਤਾਧਾਰੀ ਧਿਰ ਨੂੰ ਇਸ ਮੁੱਦੇ ਤੇ ਘੇਰਦੀਆਂ ਤੇ ਸੱਤਾਧਾਰੀ ਧਿਰ ਇਸ ਮੁੱਦੇ ਨੂੰ ਆਪਣੇ ਹੱਥ ਚ ਲੈਣਾ ਚਾਹੁੰਦੀ ਹੈ ਕਿ ਸਾਡੇ ਕੰਟਰੋਲ ਚ ਰਹੇ, ਅਸੀਂ ਜਨਤਾ ਨੂੰ, ਬ੍ਰਿਟੇਨ ਦੇ ਵਾਸੀਆਂ ਨੂੰ ਇਹ ਦੱਸੀਏ ਕਿ ਦੇਖੋ ਅਸੀਂ ਕੱਢਤੇ ਗੈਰ ਕਾਨੂੰਨੀ। ਸਹੀ ਬਿਲਕੁਲ। ਉਹਦੇ ਵਿੱਚੋਂ ਉਹਨਾਂ ਨੇ 7 ਤੋਂ ਵੱਧ ਅਜਿਹੇ ਸੈਂਟਰ ਬਣਾਏ ਨੇ ਜਿੱਥੇ ਲੋਕ ਰੱਖੇ ਜਾ ਰਹੇ ਨੇ, ਤੇ ਉਹਨਾਂ ਸੈਂਟਰਾਂ 'ਚ ਮੈਂ ਦੇਖ ਰਿਹਾ ਸੀ ਮਾਰਚ ਤੱਕ 23000 ਦੇ ਕਰੀਬ ਲੋਕ ਸੀ ਜਿਹੜੇ ਵਾਪਸ ਭੇਜੇ ਜਾਣੇ ਸੀ, ਤੇ ਇਹਨਾਂ 'ਚ 20-22% ਭਾਰਤੀ ਨੇ। ਤੇ ਮੁੱਢਲੀ ਜੋ ਰਿਪੋਰਟ ਆ ਰਹੀ ਹੈ, ਇਹਨਾਂ ਸੈਂਟਰਾਂ 'ਚੋਂ 5000 ਭਾਰਤੀਆਂ ਦੇ ਉਹ ਸਾਰੀ ਫਾਰਮੈਲਿਟੀਆਂ ਪੂਰੀਆਂ ਕਰ ਲਈਆਂ ਜਿਨ੍ਹਾਂ ਨੂੰ ਕਿਸੇ ਵੀ ਸਮੇਂ ਜਹਾਜ਼ ਚੜਾਇਆ ਜਾ ਸਕਦਾ। ਸੋ 5000 ਦੇ ਕਰੀਬ ਗਿਣਤੀ ਹੈ, ਤੇ ਇਹ ਗਿਣਤੀ ਹੋਰ ਵਧੇਗੀ। ਇਹਨਾਂ 'ਚ ਕੁਝ ਲੋਕ ਉੱਥੇ ਗਏ ਕਿਸੇ ਹੋਰ ਵੀਜ਼ਿਆਂ ਦੇ, ਬਾਅਦ ਚ ਉੱਥੇ ਰਹਿਣ ਹੋਰ ਤਰੀਕੇ ਨਾਲ ਲੱਗ ਗਏ, ਕੁਝ ਗਏ ਗੈਰ ਕਾਨੂੰਨੀ ਤਰੀਕਿਆਂ ਨਾਲ ਹੋਰ ਮੁਲਕਾਂ ਰਾਹੀਂ ਦਾਖਲ ਹੋਏ, ਕੋਈ ਪਾਣੀ ਵਾਲੇ ਰਾਹ ਤੋਂ ਦਾਖਲ ਹੋਏ, ਕਿਸੇ ਰਾਹ ਤੋਂ ਦਾਖਲ ਹੋਇਆ, ਤੇ ਇਸ ਲਈ ਉੱਥੇ ਦਿਹਾੜੀ ਡੱਪੇ ਤੇ ਕੰਮ ਕਰਦੇ ਨੇ, ਫਿਰ ਫੜੇ ਜਾਂਦੇ ਨੇ, ਫਿਰ ਹੋ ਜਾਂਦਾ। ਸੋ ਹੁਣ ਇਹ 7 ਸੈਂਟਰਾਂ ਦੇ ਵਿੱਚ ਵੱਡੀ ਗਿਣਤੀ ਚ ਬਾਹਰਲੇ ਮੁਲਕਾਂ ਦੇ, ਜਿਨ੍ਹਾਂ ਚ ਵੱਡੀ ਗਿਣਤੀ ਕਹਿੰਦੇ ਭਾਰਤੀਆਂ ਦੀ ਹੈ ਜਾਂ ਮਤਲਬ ਕਿ ਬ੍ਰਾਜ਼ੀਲ ਦੇ ਨਾਗਰਿਕਾਂ ਦੀ ਹੈ ਜਿਹੜੇ ਗੈਰ ਕਾਨੂੰਨੀ ਨੇ। ਸੋ ਇਹਨਾਂ 2 ਮੁਲਕਾਂ ਦੇ ਵਿੱਚ ਵੱਡੀ ਗਿਣਤੀ ਲੋਕ ਨੇ ਜਿਨ੍ਹਾਂ ਚੋਂ 5000 ਭਾਰਤੀਆਂ ਨੂੰ ਬ੍ਰਿਟੇਨ ਦੇ ਭੇਜਣ ਦੀ ਤਿਆਰੀ ਕਰ ਰਹੀ। ਸਹੀ ਹੈ ਜੀ। ਦੁਨੀਆ ਭਰ ਦੇ ਵਿੱਚ ਹੀ ਐਂਟੀ ਇਮੀਗ੍ਰੈਂਟ ਮਾਹੌਲ ਚੱਲ ਰਿਹਾ ਜੀ। ਸਰਕਾਰਾਂ ਸਿਆਸਤਾਂ ਹੱਲ ਥੋੜ੍ਹਾ ਕਰਦੀਆਂ ਮਸਲਿਆਂ ਦੇ, ਆਪਦੇ ਤਰੀਕੇ ਦੇ ਨਾਲ ਵਰਤੀ ਜਾਂਦੇ ਆ। ਜੇ ਕਿਸੇ ਨੂੰ ਇਹ ਪਤਾ ਲੱਗਦਾ ਵੀ ਸਾਨੂੰ ਸਾਡੇ ਇਕਨੋਮੀ ਨੂੰ ਲੋੜ ਆ ਸਟੂਡੈਂਟਸ ਦੀ, ਉਹ ਸੱਦ ਲੈਂਦਾ, ਪਰ ਜਦੋਂ ਵੱਧ ਹੋ ਜਾਂਦੇ ਆ ਜਾਂ ਉੱਥੇ ਕੋਈ ਹਾਲਾਤ ਬਦਲਦੇ ਆ ਤਾਂ ਦੂਜਾ ਵਿਰੋਧ ਕਰਨ ਲੱਗ ਪੈਂਦਾ, ਫਿਰ ਉਸ ਤਰ੍ਹਾਂ ਦੇ ਹੱਥ ਕੰਡੇ ਅਪਣਾ ਲੈਂਦੇ ਨੇ। ਸ਼ਰਮਾ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ ਧੰਨਵਾਦ ਜੀ। ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਸਮਾਪਤ ਕਰਾਂਗੇ, ਸਮਾਂ ਇਜਾਜ਼ਤ ਨਹੀਂ ਦਿੰਦਾ। ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦ। ਇਸੇ ਤਰ੍ਹਾਂ ਜੁੜੇ ਰਹੋ ਪੰਜਾਬੀ DSA ਦੇ ਨਾਲ। ਜਾਂਦੇ ਇੱਕ ਜਿਹੜੀ ਜਾਣਕਾਰੀ ਆ ਉਹ ਤੁਹਾਡੇ ਨਾਲ ਸਾਂਝਾ ਕਰਦੇ ਚੱਲੀਏ ਕਿ ਆਉਣ ਵਾਲੇ ਅਗਲੇ ਹਫ਼ਤੇ ਦੇ ਵਿੱਚ 3 ਤੋਂ ਲੈ ਕੇ
8 ਅਗਸਤ ਤੱਕ ਇੱਕ ਆਰਟ ਕੈਂਪ ਹੈ ਜਿਹੜਾ ਪੰਜਾਬੀ USA ਤੇ ਪੰਜਾਬੀ ਕਲਚਰ ਸੈਂਟਰ ਦੇ ਸਹਿਯੋਗ ਦੇ ਨਾਲ ਕਰਵਾਇਆ ਜਾ ਰਿਹਾ ਹੈ ਫ੍ਰੈਜ਼ਨੋ ਸਟੂਡੀਓ ਵਿਖੇ 2125 ਨਾਰਥ ਬਾਟਨ ਐਵਨਿਊ ਫ੍ਰੈਜ਼ਨੋ ਵਿਖੇ। 5 ਤੋਂ ਲੈ ਕੇ 18 ਸਾਲ ਦੇ ਜਿਹੜੇ ਬੱਚੇ ਨੇ ਇਹਦੇ ਵਿੱਚ ਪਾਰਟੀਸਪੇਟ ਕਰ ਸਕਦੇ ਨੇ। ਕੈਨੇਡਾ ਤੋਂ ਉੱਘੇ ਕਲਾ ਅਧਿਆਪਕ ਤੇ ਬਹੁਤ ਹੀ ਮਾਹਰ ਪੇਂਟਿੰਗਸ ਦੇ ਅਧਿਆਪਕ ਪਰਮ ਸਿੰਘ ਜੀ ਇਸ ਜੋ ਆਰਟ ਕੈਂਪ ਹੈ ਇਹਦੇ ਵਿੱਚ ਜਵਾਕਾਂ ਨੂੰ ਸਿਖਲਾਈ ਦੇਣਗੇ, ਦੱਸਣਗੇ ਤੇ ਤੁਸੀਂ ਇਸ ਆਰਟ ਕੈਂਪ ਦੇ ਵਿੱਚ ਬੱਚਿਆਂ ਨੂੰ ਜਿਹੜਾ ਹਿੱਸਾ ਜ਼ਰੂਰ ਬਣਾਓ। ਹੋਰ ਜਾਣਕਾਰੀ ਦੇ ਲਈ ਕਾਲ ਕਰੋ 408 272 5200 ਦੇ ਉੱਤੇ, 408 722 7698 ਦੇ ਉੱਤੇ। ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ।